स्टार्ट सर स्टार्ट। इंडिया न्यूज़ पंजाब ਦੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਅਨਿਲ ਭਾਰਦਵਾਜ ਹਾਜ਼ਰ ਹਾਂ ਅੱਜ ਦੀ ਪੰਜਾਬ ਡਿਬੇਟ। ਅੱਜ ਦੀ ਡਿਬੇਟ ਸਾਡੇ ਨਾਲ ਸ਼ਾਮਲ ਹੋਣਗੇ ਕਾਂਗਰਸ ਤੋਂ ਅਰਸ਼ਪ੍ਰੀਤ ਸਿੰਘ ਖਡਿਆਲ ਜੀ, ਸ਼੍ਰੋਮਣੀ ਅਕਾਲੀ ਦਲ ਤੋਂ ਅਮਰਜੀਤ ਸਿੰਘ ਧਾਰਮੀ ਜੀ, ਬੀਜੇਪੀ ਤੋਂ ਚੇਤਨ ਜੋਸ਼ੀ ਜੀ ਤੇ ਆਮ ਆਦਮੀ ਪਾਰਟੀ ਤੋਂ ਇਕਬਾਲ ਸਿੰਘ ਜੀ। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਮੁੱਖ ਆਰੋਪੀ ਆਸ਼ੀਸ਼ ਮਿਸ਼ਰਾ ਦੇ ਜਾਂਚ ਸ਼ਾਮਲ ਹੋਣ ਤੋਂ ਬਾਅਦ ਪੀਪੀਸੀਸੀ ਪ੍ਰਧਾਨ ਨਵਜੋਤ ਸਿੱਧੂ ਨੇ ਹੜਤਾਲ ਖਤਮ ਕੀਤੀ। ਉਹਨਾਂ ਨੇ ਲਖੀਮਪੁਰ ਖੀਰੀ ਵਿਖੇ ਕੱਲ ਤੋਂ ਆਪਣੀ ਭੁੱਖ ਹੜਤਾਲ ਸ਼ੁਰੂ ਕੀਤੀ ਸੀ ਕਿ ਜਦੋਂ ਤੱਕ ਜਾਂਚ ਦੇ ਵਿੱਚ ਮੁੱਖ ਆਰੋਪੀ ਜਿਹੜੇ ਉਹ ਸ਼ਾਮਲ ਨਹੀਂ ਹੁੰਦੇ ਉਦੋਂ ਤੱਕ ਉਹ ਹੜਤਾਲ ਤੇ ਰਹਿਣਗੇ। ਅੱਜ ਜਾਂਚ ਦੇ ਵਿੱਚ ਸ਼ਾਮਲ ਹੋਏ ਮਿਸ਼ਰਾ ਔਰ ਨਵਜੋਤ ਸਿੱਧੂ ਨੇ ਆਪਣੀ ਹੜਤਾਲ ਜਿਹੜੀ ਉਹ ਸ਼ਾਮਲ ਕਰ ਦਿੱਤੀ। ਇਸ ਦੇ ਨਾਲ ਹੀ ਸੰਯੁਕਤ ਕਿਸਾਨ ਮੋਰਚਾ ਨੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਤਿੱਖਾ ਵਿਰੋਧ ਦਰਜ ਕਰਦੇ ਹੋਏ ਹੋਰ ਅੱਗੇ ਨਵੇਂ ਪ੍ਰੋਗਰਾਮਾਂ ਦਾ ਐਲਾਨ ਕੀਤਾ। ਤੇ ਇਸ ਤੋਂ ਇਲਾਵਾ ਆਪਾਂ ਪਿਛਲੇ 3 ਦਿਨ ਦੇ ਘਟਨਾਕ੍ਰਮ ਦੀ ਗੱਲ ਕਰ ਲਈਏ। ਕਾਂਗਰਸ, ਅਕਾਲੀ ਦਲ, ਆਮ ਆਦਮੀ ਪਾਰਟੀ ਇਹਨਾਂ ਸਾਰਿਆਂ ਦੇ ਵਫਦ ਜਿਹੜੇ ਹੈ ਉਹ ਲਖੀਮਪੁਰ ਖੀਰੀ ਜਾ ਕੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਸਾਂਤਵਨਾ ਦੇ ਚੁੱਕੇ ਹੈ, ਉਹਨਾਂ ਦੇ ਲਈ ਐਲਾਨ ਕਰ ਚੁੱਕੇ ਹੈ। ਉਹਨਾਂ ਨੂੰ SGPC ਵੱਲੋਂ ਜਿਹੜੀ ਹੈ ਅਨੁਦਾਨ ਰਾਸ਼ੀ ਵੀ ਜਿਹੜੀ ਹੈ ਉਹ ਦਿੱਤੀ ਜਾ ਚੁੱਕੀ ਹੈ। ਮੁੱਦਾ ਅੱਜ ਦਾ ਮੁੱਦਾ ਇਹ ਜੀ ਕਿ ਕੀ ਪੰਜਾਬ ਵਿਧਾਨ ਸਭਾ ਚੋਣਾਂ ਦਾ ਜਿਹੜਾ ਜਿੱਤ ਦਾ ਰਸਤਾ ਉਹ ਉੱਤਰ ਪ੍ਰਦੇਸ਼ ਤੋਂ ਹੋ ਕੇ ਜਾਏਗਾ? ਕੀ ਲਖੀਮਪੁਰ ਖੀਰੀ ਜਿਹੜਾ ਹੈ ਉਸ ਦਾ ਪ੍ਰਭਾਵ ਇਹਨਾਂ ਚੋਣਾਂ ਤੇ ਪਏਗਾ? ਕਿਸਾਨ ਅੰਦੋਲਨ ਦਾ ਜਿਹੜਾ ਪ੍ਰਭਾਵ ਹੈ ਉਹ ਨਿਸ਼ਚਿਤ ਤੌਰ ਤੇ ਇਹਨਾਂ ਚੋਣਾਂ ਤੇ ਰਹੇਗਾ, ਇਸ 'ਚ ਕੋਈ ਦੋ ਰਾਏ ਨਹੀਂ ਹੈ। ਸ਼ੁਰੂਆਤ ਖਡਿਆਲ ਸਾਹਿਬ, ਅਰਸ਼ਪ੍ਰੀਤ ਜੀ, ਸਾਰੀਆਂ ਪਾਰਟੀਆਂ ਦਾ ਧਿਆਨ ਲਖੀਮਪੁਰ ਖੀਰੀ ਤੇ। ਖਡਿਆਲ ਸਾਹਿਬ, मेरी आवाज आ रही है जी? हाँ जी हाँ जी अश्विन जी, हाँ जी। देखो जी, पहली गल तो यह है कि लखीमपुर इशू जड़ा है, बिफोर आई स्टार्ट अनिल जी, बैकग्राउंड नॉइज बड़ी आ रही है किसी दे बैकग्राउंड चो, काइंडली म्यूट करवा दो सबको। हाँ जी हाँ जी हाँ जी, तुसी गल शुरू करो जी। हाँ जी हाँ जी हाँ जी, कोई डिस्टर्बेंस बड़ी है। ते देखो पहली गल ये है कि लखीमपुर जड़ा कांड है ये बहुत ही ज्यादा बेटा डिस्टर्बेंस खत्म हो गई। लखीमपुर कांड जड़ा हैगा बहुत ही बुरा मंदभागा कांड है। ये पहली गल तां इट्स अ फेलियर ऑफ द यूपी गवर्नमेंट जेड़ा ਜਦੋਂ ਤੱਕ ਸੋ ਮੋਟੋ ਕੌਗਨੀਜ਼ੈਂਸ ਸੁਪਰੀਮ ਕੋਰਟ ਨੇ ਲਿਆ ਨਹੀਂ ਸੀ ਉਹਨਾਂ ਚਿਰ ਉਹਨਾਂ ਨੇ ਅਰੈਸਟ ਕੀਤਾ ਨਹੀਂ। ਅਨਿਲ ਜੀ, ਟੈਕਨੀਕਲ ਇਸ਼ੂ ਹੈ, ਮੈਨੂੰ ਮੇਰੀ ਆਵਾਜ਼ ਟੈਕਨੀਕਲ ਇਸ਼ੂ ਹੈ। ਆਪਣੇ ਕਾਈਂਡਲੀ ਬਾਕੀ ਦੇ ਜਿਹੜੇ ਬੁਲਾਰੇ ਨੇ ਮਿਊਟ ਕਰ ਲਓ, ਜਦੋਂ ਆਪਣੀ ਵਾਰੀ ਆਉਂਦੀ ਹੈ ਉਦੋਂ ਉਹਨੂੰ ਅਨਮਿਊਟ ਕਰ ਲਿਓ। ਕਈ ਵਾਰ ਹੁੰਦਾ ਕੋਈ ਡਿਸਟਰਬੈਂਸ ਚੱਲਦੀ ਹੁੰਦੀ ਹੈ। ਹਾਂਜੀ ਹਾਂਜੀ ਖਡਿਆਲ ਸਾਹਿਬ ਜੀ। पहली गल तो देखो जी ये है कि यूपी गवर्नमेंट का बहुत बड़ा फेलियर है। अनिल जी, स्टिल देयर इज अ लॉट ऑफ बैकग्राउंड नॉइज। ਤੁਸੀਂ ਕੰਟੀਨਿਊ ਕਰੋ, ਮੈਂ ਕਰਵਾना है। हाँ खडियाल साहब ਤੁਸੀਂ ਕੰਟੀਨਿਊ ਕਰੋ। अपना धारनी साहब काइंडली म्यूट कर लो, थोड़े चो थोड़ा बैकग्राउंड वॉइस आ रही है। थैंक यू। हाँ जी हाँ जी सर, हाँ जी। देखो जी, पहली गल तो यह है कि बहुत ही मंदभागा इंसिडेंट है, बहुत ही ज्यादा निंदनयोग है ਜਿਹੜਾ यूपी गवर्नमेंट ने एक मुलजम ਨੂੰ ਜਿਹੜਾ 302 ਦੇ ਵਿੱਚ ਜਿਹਦਾ ਨਾਮ FIR ਦੇ ਵਿੱਚ ਆਇਆ ਹੋਇਆ ਉਹਨੂੰ ਅਰੈਸਟ ਕਰਨ ਦੇ ਵਿੱਚ ਇੰਨਾ ਟਾਈਮ ਲਾਤਾ। ਤੁਸੀਂ ਦੇਖੋ, ਜੇ ਸਾਈਕਲ ਚੋਰੀ ਹੋ ਜੇ ਤਾਂ ਮੁਲਜ਼ਮ ਨੂੰ ਰਾਤੋਂ ਰਾਤ ਚੱਕ ਕੇ ਹਵਾਲਾਤ ਦੇ ਦਿੰਦੇ ਆ। ਇੱਥੇ ਕਿਸਾਨ ਮਰੇ, ਸ਼ਰੇਆਮ ਉਹਨਾਂ ਨੂੰ ਗੱਡੀ ਦੇ ਥੱਲੇ ਦੇ ਕੇ ਮਧੋਲ ਕੇ ਮਾਰ ਦਿੱਤਾ ਗਿਆ। ਉਹਦੇ ਬਾਵਜੂਦ ਕੁਝ ਨਹੀਂ ਹੋਇਆ ਕਿਉਂਕਿ ਉਹ ਇੱਕ ਮਿਨਿਸਟਰ ਦਾ ਬੇਟਾ ਸੀਗਾ। ਪਹਿਲੀ ਗੱਲ ਤਾਂ ਦੇਖੋ, ਮੈਂ ਇਹ ਚੀਜ਼ ਦੱਸਣਾ ਚਾਹਣਾ ਕਿ ਬੀਜੇਪੀ ਦਾ ਘਿਨੌਣਾ ਜਿਹੜਾ ਚਿਹਰਾ ਹੈ ਉਹ ਸਾਹਮਣੇ ਆ ਗਿਆ। ਨੰਬਰ 1, ਜਿਹੜਾ ਮਿਸ਼ਰਾ ਸਾਹਿਬ ਨੇ ਪਹਿਲਾਂ ਬਿਆਨ ਦਿੱਤਾ ਸੀਗਾ ਕਿ ਜੇ ਮੈਂ ਆਪਦੀ ਆਈ ਤੇ ਆ ਗਿਆ ਕਿਸਾਨਾਂ ਨੂੰ 2 ਮਿੰਟ 'ਚ ਸਿੱਧਾ ਕਰ ਦੂੰਗਾ, ਉਹਨਾਂ ਨੇ ਜੋ ਚੀਜ਼ ਕਹੀ ਸੀ ਉਹਨੂੰ ਭਗਾ ਵੀ ਦਿੱਤਾ, ਉਹਨਾਂ ਦੇ ਬੇਟੇ ਨੇ ਭਗਾਤਾ। ਦੂਜਾ, ਜਿਹੜਾ ਉਹਨਾਂ ਨੇ ਖੱਟਰ ਸਾਹਿਬ ਜਿਹੜੇ ਮੁੱਖ ਮੰਤਰੀ ਨੇ ਹਰਿਆਣਾ ਦੇ, ਉਹਨਾਂ ਨੇ ਬਿਆਨ ਦਿੱਤਾ ਆਪਦੇ ਵਰਕਰਸ ਨੂੰ, ਪਾਰਟੀ ਦੇ ਲੀਡਰਸ ਨੂੰ ਕਿ ਤੁਸੀਂ ਕਿਸਾਨਾਂ ਦਾ ਭੇਸ ਧਾਰ ਲਓ। ਉਹਨਾਂ ਵਿੱਚ ਵੜ ਕੇ ਆਪਦਾ 700-800 ਵਰਕਰ ਨੂੰ ਉਹਨਾਂ ਨੂੰ ਕਿਹਾ ਕਿ ਧਾਰ ਲਓ ਤੇ ਉਹਨਾਂ ਦੇ ਡਾਂਗਾ ਭਰਾ ਦਿਓ, ਟਿਟ ਫੋਰ ਟੈਟ ਕਰ ਦਿਓ, ਜੈਸੇ ਕੋ ਤੈਸਾ ਕਰ ਦਿਓ। ਇੱਕ CM ਲੈਵਲ ਦਾ ਬੰਦਾ who is supposed to protect you, make you feel safe and secure, ਇਹ ਚੀਜ਼ ਕਹਿ ਰਿਹਾ। ਇਮੈਜਿਨ, ਰਖਵਾਲਾ ਕਹਿ ਰਿਹਾ ਕਿ ਮੈਂ ਤੁਹਾਡੇ ਤੇ ਡਾਂਗਾ ਭਰਵਾਉਂਗਾ ਤੇ ਜਦੋਂ ਲੀਡਰਸ ਉਹਨਾਂ ਦੇ ਵਰਕਰਸ ਕਹਿ ਰਹੇ ਆ ਕਿ ਜੇ ਸਾਡੇ ਤੇ ਪਰਚਾ ਹੋਗਾ ਫਿਰ ਕੀ ਕਰਾਂਗੇ ਖੱਟਰ ਸਾਹਿਬ, ਤਾਂ ਕਹਿੰਦੇ ਟੈਨਸ਼ਨ ਨਾ ਲਓ, ਤੁਹਾਡੀ ਬੇਲ ਵੀ ਹੋ ਜਾਊਗੀ ਤੇ ਜੇ ਕੁਝ ਮਹੀਨੇ ਲਾ ਵੀ ਲਾਉਂਗੇ ਤਾਂ ਬਹੁਤ ਵੱਡੇ ਲੀਡਰ ਬਣ ਕੇ ਨਿਕਲੋਗੇ।
ਇਹ ਬੀਜੇਪੀ ਦੀ ਸੋਚ ਹੈ। ਇੱਥੋਂ ਐਕਸਪੋਜ਼ ਹੁੰਦੀ ਹੈ ਬੀਜੇਪੀ, ਪਤਾ ਲੱਗਦਾ ਹੈ ਕਿ ਐਂਟੀ ਫਾਰਮਰਸ, ਕਿਸਾਨ ਵਿਰੋਧੀ ਸਰਕਾਰ ਹੈ ਇਹ, ਤੇ ਇੱਕ ਸੋਚੀ ਸਮਝੀ ਸਾਜ਼ਿਸ਼ ਹੈ। ਦੇਖੋ ਜਦੋਂ ਗੱਡੀ ਥੱਲੇ ਮਧੋਲੇ ਵੀ ਗਏ, ਜਿਹੜੇ ਕਿਸਾਨ ਸੀ ਨਾ ਖੱਬੇ ਸੀ ਨਾ ਸੱਜੇ ਸੀ ਨਾ ਕੱਚੇ ਸੀਗੇ, ਉਹ ਸੜਕ ਦੇ ਵਿਚਾਲੇ ਤੁਰ ਰਹੇ ਸੀ। ਜਿਹੜੀ ਗੱਡੀ ਹੈ ਪਿੱਛੋਂ ਆਈ, ਫੁੱਲ ਸਪੀਡ ਤੇ ਆਈ, ਕੋਈ ਸਪੀਡ ਘਟੀ ਨਹੀਂ, ਤੇ ਉਹਨਾਂ ਨੂੰ ਥੱਲੇ ਮਧੋਲ ਕੇ ਮਾਰਤਾ। ਤਾਂ ਮੈਂ ਸਿਰਫ ਇੰਨਾ ਕਹਿਣਾ ਚਾਹੁੰਦਾ ਕਿ ਸੁਪਰੀਮ ਕੋਰਟ ਨੇ ਵੀ ਇਹ ਚੀਜ਼ ਮੈਂਸ਼ਨ ਕੀਤੀ ਕਿ ਉਹ ਡਿਸਅਪੁਆਇੰਟਡ ਨੇ ਯੂਪੀ ਗਵਰਨਮੈਂਟ ਤੋਂ, ਵੀ ਉਹਨਾਂ ਨੇ ਇਸ ਚੀਜ਼ ਦੇ ਵਿੱਚ ਇਨਸਾਫ ਨਹੀਂ ਕੀਤਾ, ਬਣਦੀ ਇਨਕੁਆਇਰੀ ਚੱਜ ਨਾਲ ਨਹੀਂ ਕੀਤੀ। ਨਾਲੇ ਉਹਨਾਂ ਨੇ ਲਾਇਰ ਆ ਜਿਹੜਾ ਯੂਪੀ ਗਵਰਨਮੈਂਟ ਦਾ, ਬੀਜੇਪੀ ਦਾ, ਮੈਂ ਤੁਹਾਨੂੰ ਇੱਕ ਹੋਰ ਦੱਸਦਾ, ਕਰੋੜਾਂ ਰੁਪਇਆ ਟੈਕਸ ਪੇਅਰਸ ਦਾ, ਆਮ ਲੋਕਾਂ ਦਾ ਕਰੋੜਾਂ ਰੁਪਇਆ ਹਰੀਸ਼ ਸਾਲਵੇ ਨੂੰ ਦਿੱਤਾ ਜਾ ਰਿਹਾ ਹੈ। ਹਰੀਸ਼ ਸਾਲਵੇ ਇਜ਼ ਅ ਗ੍ਰੇਟ ਲਾਇਰ, ਨੋ ਡਾਊਟ ਅਬਾਊਟ ਦੈਟ, ਲੇਕਿਨ ਇੱਕ ਟੈਕਸ ਪੇਅਰ ਦਾ ਤੁਸੀਂ ਏਡਾ ਜਿਹੜਾ ਐਕਸਚੇਕਰ ਦਾ ਖਜ਼ਾਨੇ ਦਾ ਪੈਸਾ ਹੈ, ਤੁਸੀਂ ਉਹ ਇੱਕ ਵਕੀਲ ਨੂੰ ਦੇ ਰਹੇ ਹੋ ਆਪਦੇ ਇੰਟਰਸਟ ਲਈ। ਨਾਲੇ ਜਿਹੜੇ ਮਿਸ਼ਰਾ ਸਾਹਿਬ ਨੇ ਗੱਲ ਕਹੀ, ਉਹੀ ਉਹਨਾਂ ਦੇ ਲਾਇਰ ਨੇ ਗੱਲ ਕਹੀ ਕੋਰਟ ਦੇ ਵਿੱਚ। ਐ ਲੱਗ ਰਿਹਾ ਕਿ ਅਕਿਊਜ਼ਡ ਨੂੰ ਰਿਪਰੈਜ਼ੈਂਟ ਕੀਤਾ ਜਾ ਰਿਹਾ, ਯੂਪੀ ਗਵਰਨਮੈਂਟ ਨੂੰ ਨਹੀਂ। ਤੁਸੀਂ ਦੇਖ ਲਓ ਜਿਹੜੀ ਪ੍ਰੋਸੀਡਿੰਗਸ ਹੋਈਆਂ, ਉਹਨਾਂ ਨੂੰ ਚੱਕ ਕੇ ਦੇਖ ਲਿਓ ਨਾ। ਅਗਲੀ ਗੱਲ, ਯੂਪੀ ਗਵਰਨਮੈਂਟ ਨੇ ਵਾਰ-ਵਾਰ ਕਿਹਾ ਕਿ ਅਸੀਂ ਸੀਬੀਆਈ ਦੀ ਪ੍ਰੋਬ ਕਰਾਂਗੇ, ਅਸੀਂ ਆ ਕਰਾਂਗੇ। ਸੁਪਰੀਮ ਕੋਰਟ ਦੇ ਵਿੱਚ ਜਸਟਿਸ ਜਿਹੜੇ ਸੀਗੇ, ਉਹਨਾਂ ਨੇ ਮੈਂਸ਼ਨ ਕੀਤਾ ਕਿ ਤੁਹਾਨੂੰ ਵੀ ਪਤਾ ਹੈ ਸੀਬੀਆਈ ਦੀ ਜਾਂਚ ਕਿਉਂ ਨਹੀਂ ਕੀਤੀ ਜਾਣੀ ਚਾਹੀਦੀ, ਕੀ ਉਹਦੇ ਨੁਕਸਾਨ ਨੇ। ਤਾਂ ਬੇਸਿਕਲੀ ਸਾਡੀ ਇਹੀ ਡਿਮਾਂਡ ਹੈ ਕਿ ਇੱਕ ਫੇਅਰ ਪ੍ਰੋਬ ਹੋਵੇ, ਟ੍ਰਾਂਸਪੇਰੈਂਟ ਪ੍ਰੋਬ ਹੋਵੇ, ਟਾਈਮ ਬਾਉਂਡ ਜਸਟਿਸ ਹੋਣਾ ਚਾਹੀਦਾ। ਤੇ ਮੈਂ ਇੱਕ ਹੋਰ ਚੀਜ਼ ਵੇਖੂਗਾ, ਹੈਡ ਇਟ ਨਾਟ ਬੀਨ ਫॉर ਪ੍ਰਿਯੰਕਾ ਗਾਂਧੀ ਜੀ, ਉਹਨਾਂ ਨੇ ਜਿਹੜਾ ਅਟੈਂਸ਼ਨ, ਜਿਹੜਾ ਮੀਡੀਆ ਫੋਕਸ ਸਾਰਾ ਆਰਿਅਨ ਖਾਨ ਦੇ ਸੀਗਾ, ਸ਼ਾਹਰੁਖ ਖਾਨ ਦੇ ਮੁੰਡੇ ਵੱਲ ਸੀ, ਉਹਨੂੰ ਵਾਪਸ ਚੱਕ ਕੇ ਕਿਸਾਨਾਂ ਵੱਲ ਲੈ ਕੇ ਆਏ ਉਹਨੂੰ। ਤੇ ਰਾਹੁਲ ਗਾਂਧੀ ਜੀ ਗਏ, ਚੰਨੀ ਸਾਹਿਬ ਗਏ, ਸਿੱਧੂ ਸਾਹਿਬ ਗਏ। ਤੁਸੀਂ ਇੱਕ ਚੀਜ਼ ਨੋਟ ਕਰੋ, ਆਮ ਆਦਮੀ ਪਾਰਟੀ ਦੇ ਚੀਫ ਨੇ ਗਏ, ਫੋਨ ਤੇ ਗੱਲ ਕੀਤੀ ਕੇਜਰੀਵਾਲ ਸਾਹਿਬ ਨੇ, ਸ਼੍ਰੋਮਣੀ ਅਕਾਲੀ ਦਲ ਦੇ ਚੀਫ ਨਹੀਂ ਗਏ, ਉਹਨਾਂ ਨੇ ਡੈਲੀਗੇਸ਼ਨ ਭੇਜੀ। ਇੱਥੋਂ ਪਤਾ ਲੱਗਦਾ ਕਿ ਇਹ ਨਾਨ ਸੀਰੀਅਸ ਪਾਰਟੀਆਂ ਨੇ, ਇਹਨਾਂ ਲਈ ਇਹ ਸਿਰਫ ਇੱਕ ਰਾਜਨੀਤੀ ਦਾ ਮੁੱਦਾ ਹੈ। ਕਿਸਾਨ ਇਹਨਾਂ ਲਈ ਮੈਟਰ ਨਹੀਂ ਕਰਦੇ, ਦੇ ਡੋਂਟ ਕਿਸਾਨ ਇਹਨਾਂ ਲਈ ਨਾ ਕੰਸਰਨ ਹੈ, ਨਾ ਇੰਟਰਸਟ ਹੈ, ਨਾ ਉਹਨਾਂ ਦਾ ਬੈਨੀਫਿਟ ਇੰਟਰਸਟ ਹੈ, ਨਾ ਉਹਨਾਂ ਦਾ ਆਪਣਾ ਜਿਹੜਾ ਨੁਕਸਾਨ ਹੋਇਆ ਉਹ ਇਹਨਾਂ ਨੂੰ ਬੋਦਰ ਕਰਦਾ। ਤੇ ਮੈਂ ਸਿਰਫ ਇੰਨਾ ਕਹਿਣਾ ਚਾਹਣਾ ਕਿ ਕਾਂਗਰਸ ਉਹ ਪਾਰਟੀ ਸੀ ਜਿਹਦੇ ਚੀਫ, ਜਿਹਦੇ ਪ੍ਰੈਜ਼ੀਡੈਂਟ, ਜਿਹਦੇ ਸੀਐਮ, ਜਿਹਦੇ ਗਾਂਧੀਜ਼, ਐਵਰੀ ਸਿਗਨੀਫਿਕੈਂਟ ਲੀਡਰ ਜਿਹੜੇ ਉੱਥੇ ਗਏ ਤੇ ਉਹਨਾਂ ਦਾ ਦੁੱਖ ਸਾਂਝਾ ਕੀਤਾ, ਉਹਨਾਂ ਦੇ ਹੰਝੂ ਪੂੰਝੇ। ਤਾਂ ਕਿ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਦਾ, ਜਿਹੜੀ ਲੋਕ ਕੁਝ ਪਾਰਟੀਆਂ ਕਹਿ ਰਹੀ ਹੈ ਨਾ ਕਿ ਆਹ ਕਿਉਂ ਕੀਤਾ, ਇਹ ਇੱਕ ਰਿਸਪੌਂਸਿਬਿਲਿਟੀ ਤੇ ਡਿਊਟੀ ਹੁੰਦੀ ਹੈ ਆਪੋਜੀਸ਼ਨ ਦੀ, ਟੂ ਹਾਈਲਾਈਟ ਇਸ਼ੂਜ਼, ਨਹੀਂ ਤਾਂ ਸਰਕਾਰ ਕਰੂਗੀ ਨਹੀਂ। ਹਾਥਰਸ ਇਨਸੀਡੈਂਟ ਜਦੋਂ ਹੋਇਆ ਸੀਗਾ, ਹਾਥਰਸ ਇਨਸੀਡੈਂਟ ਜੋ ਹੋਇਆ ਸੀ, ਮੈਂ ਵਿਊਅਰਸ ਨੂੰ ਰਿਕੁਐਸਟ ਕਰੂੰਗਾ, ਉਹਨੂੰ ਵੀ ਐਂ ਦਬਾਉਣ ਦੀ ਕੋਸ਼ਿਸ਼ ਕੀਤੀ। ਉਦੋਂ ਕਾਂਗਰਸ ਪਾਰਟੀ ਗਈ, ਉਹਨੂੰ ਹਾਈਲਾਈਟ ਕੀਤਾ ਤੇ ਉਹਦੇ ਵਿੱਚ ਇਨਸਾਫ ਹੋ ਸਕਿਆ। ਲਾਸਟ ਬਟ ਨਾਟ ਦ ਲੀਸਟ, ਮਿਸ਼ਰਾ ਸਾਹਿਬ ਨੂੰ ਰਿਜ਼ਾਈਨ ਕਰਨਾ ਪੈਣਾ ਐਟ ਦ ਸੂਨੈਸਟ। ਜਿਹੜੇ ਉਹਨਾਂ ਦੇ ਲਾਰਡ ਸਾਹਿਬ ਹੈ, ਬੀਜੇਪੀ ਦੇ ਲਾਰਡ ਸਾਹਿਬ, ਉਹਨਾਂ ਨੂੰ ਇਨਵੈਸਟੀਗੇਸ਼ਨ ਤਾਂ ਇਹਨਾਂ ਨੇ ਜੁਆਇਨ ਕਰਾਤੀ, ਬਟ ਲੁੱਕ ਐਟ ਦੀ ਅਮਾਉਂਟ ਆਫ ਟਾਈਮ ਇਟ ਹੈਜ਼ ਟੇਕਨ। ਇੰਨੇ ਦਿਨ ਲੱਗ ਗਏ ਉਹਨਾਂ ਦੇ ਘਰ ਦੇ ਬਾਹਰ ਜਾ ਕੇ ਆਪਣਾ ਸਮਨ ਚਿਪਕਾ ਕੇ ਆ ਰਹੇ ਮਰਡਰ ਅਕਿਊਜ਼ ਤੇ। ਧਾਰਨੀ ਸਾਹਿਬ ਅਗਰੀ ਕਰਨਗੇ, ਹੀ ਇਜ਼ ਅ ਲਾਇਰ, ਕਿ ਮਰਡਰ ਅਕਿਊਜ਼ ਨੂੰ ਚੱਕ ਕੇ ਫੜ ਕੇ ਰਾਤ ਨੂੰ ਅੰਦਰ ਦੇ ਦਿੰਦੇ ਹੁੰਦੇ ਆ, ਭਾਵੇਂ ਜਿੰਨੇ ਮਰਜ਼ੀ ਵਜੇ ਹੋਣ। ਇੱਥੇ ਇੱਕ ਵੀਵੀਆਈਪੀ ਟ੍ਰੀਟਮੈਂਟ ਦਿੱਤਾ ਜਾ ਰਿਹਾ ਬਾਈ ਯੂਪੀ ਗਵਰਨਮੈਂਟ। ਮਤਲਬ ਕਿ ਜਿਹੜੀ ਦੁੱਧ ਦੀ ਰਾਖੀ ਹੈ ਨਾ, ਉਹ ਬਿੱਲੀ ਦੇ ਹੱਥ ਜਿਹੜੀ ਹੈ ਉਹ ਸੌਂਪ ਦਿੱਤੀ ਗਈ ਹੈ। ਦੇਅਰਫੋਰ ਇਹਦੇ ਵਿੱਚ ਇਨਸਾਫ ਹੋਣਾ ਬੜਾ ਜ਼ਰੂਰੀ ਹੈ ਤੇ ਬੀਜੇਪੀ ਗਵਰਨਮੈਂਟ ਨੀਡਸ ਟੂ ਬੀ ਆਨਸਰੇਬਲ। ਤੇ ਮਿਸ਼ਰਾ ਸਾਹਿਬ ਨੂੰ ਰਿਜ਼ਾਈਨ ਕਰਨਾ ਪਊਗਾ ਤੇ ਬੇਟੇ ਨੂੰ ਅੰਦਰ ਫੜ ਕੇ ਦੇਣਾ ਪਊਗਾ ਜਲਦੀ ਜਲਦੀ। ਠੀਕ, ਖੜਿਆਲ ਸਾਹਿਬ ਦੁਆਰਾ ਆਉਣ ਤੁਹਾਡੇ ਕੋਲ। ਧਾਰਨੀ ਸਾਹਿਬ, ਚੇਤਨ ਜੋਸ਼ੀ ਜੀ, ਮੈਂ ਤੁਹਾਡੇ ਕੋਲ ਨਾ ਲਾਸਟ ਚ ਆਉਣਾ, ਇਕਬਾਲ ਜੀ ਦਾ ਵੀ ਕਮੈਂਟ ਲੈਣਾ, ਧਾਰਨੀ ਸਾਹਿਬ ਦਾ ਵੀ, ਉਸ ਤੋਂ ਬਾਅਦ ਫਿਰ ਤੁਹਾਡੇ ਕੋਲ ਆਊਂਗਾ। ਧਾਰਨੀ ਸਾਹਿਬ ਆਵਾਜ਼ ਆ ਰਹੀ ਹੈ ਜੀ? ਹੁਣ ਦੱਸੋ ਜੀ, ਆ ਰਹੀ ਹੈ? ਹਾਂਜੀ ਧਾਰਨੀ ਸਾਹਿਬ। ਹਾਂਜੀ। ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਇਹਦੇ ਵਿੱਚ ਪੋਲਿਟਿਕਸ ਨਹੀਂ ਕਰਨੀ ਚਾਹੁੰਦਾ ਕਿ ਜਿਵੇਂ ਇਹਨਾਂ ਨੇ ਖੜਿਆਲ ਸਾਹਿਬ ਨੇ ਕਿਹਾ ਕਿ ਅਸੀਂ ਬਹੁਤ ਕੀਤਾ ਹੈ, ਫਲਾਣੇ ਨੇ ਕੁਛ ਨਹੀਂ ਕੀਤਾ, ਉਹਨੇ ਕੁਛ ਨਹੀਂ ਕੀਤਾ। ਦੇਖੋ, ਮੈਨੂੰ ਇਹ ਲੱਗਦਾ ਹੈਗਾ ਕਿ ਜਦੋਂ ਇਸ ਤਰ੍ਹਾਂ ਦਾ ਇੰਸੀਡੈਂਟ ਹੋ ਜਾਂਦਾ ਹੈ, ਕਿਸੇ ਦੇ ਪਰਿਵਾਰ ਦਾ ਕੋਈ ਜੀ ਚਲੇ ਜਾਂਦਾ ਹੈ, ਉੱਥੇ ਮੈਨੂੰ ਲੱਗਦਾ ਕਿ ਪੋਲਿਟਿਕਸ ਨਹੀਂ ਕਰਨੀ ਚਾਹੀਦੀ, ਉਸ ਤੇ ਜ਼ਖਮਾਂ ਦੇ ਉੱਤੇ ਮਰਹਮ ਰੱਖਣੀ ਜ਼ਰੂਰੀ ਹੁੰਦੀ ਹੈਗੀ ਆ। ਔਰ ਦੂਸਰੀ ਗੱਲ ਇਹ ਕਹਿੰਦੇ ਆ ਕਿ ਸੁਖਬੀਰ ਬਾਦਲ ਖੁਦ ਨਹੀਂ ਗਏ ਹੈਗੇ, ਉਹਨਾਂ ਨੇ ਉਹਨਾਂ ਦੀ ਵਾਈਫ ਦਾ ਜਾਣਾ ਜਾਂ ਉਹਨਾਂ ਦੇ ਬਾਕੀ ਡੈਲੀਗੇਸ਼ਨ ਦਾ, ਉਹਨਾਂ ਦੀ ਪਾਰਟੀ ਦਾ ਜਾਣਾ, ਕੀ ਇਹ ਸਫੀਸ਼ੀਐਂਟ ਨਹੀਂ ਹੈਗਾ? ਕੀ ਨੰਬਰ 2 ਤੇ ਉਸ ਪਰਿਵਾਰ ਦੇ ਕੋਲ, ਉਹ ਪਰਿਵਾਰ ਜਿਹੜੇ ਆਮ ਖੇਤੀਬਾੜੀ ਵਾਲੇ ਪਰਿਵਾਰ ਹੈਗੇ ਆ,
ਜਿਸ ਤਰ੍ਹਾਂ ਸਿੱਧੂ ਸਾਹਿਬ ਕਹਿ ਰਹੇ ਸੀ ਕਿ ਹਰ ਕਾਂਸੀ ਚੌਂਸੀ ਦੇ ਵਿੱਚੋਂ 200 ਬੱਸਾਂ ਲਿਜਾ ਕੇ ਅਸੀਂ ਜਿਹੜਾ ਉੱਥੇ ਕਰਾਂਗੇ 117 ਕਾਂਸੀ ਚੌਂਸੀ ਦਾ 200 ਬੱਸਾਂ ਦੇ ਹਿਸਾਬ ਨਾਲ ਲਾ ਲਓ ਕਿ ਉੱਥੇ ਜਿਹੜਾ ਹੈਗਾ ਉਹਨਾਂ ਦੇ ਲੰਗਰ ਪਾਣੀ ਦਾ ਇੰਤਜ਼ਾਮ ਕੀ ਹੋਣਾ ਸੀ। ਤੀਜੀ ਗੱਲ ਦੇਖੋ ਨਾ, ਇਹ ਮੈਂ ਹੁਣ ਜੋ ਮਰਜ਼ੀ ਕਹੀ ਜਾਵਾਂ, ਇਹ ਠੀਕ ਹੈ ਕਿ ਸਾਰੀਆਂ ਪਾਰਟੀਆਂ ਨੇ ਜਿਹੜਾ ਹੈਗਾ ਉਹਨਾਂ ਜਿਹੜੇ ਪਰਿਵਾਰ ਸੀ ਉਹਨਾਂ ਦੇ ਨਾਲ ਸਿੰਪਥੀ ਜ਼ਾਹਰ ਕੀਤੀ ਹੈਗੀ ਆ, ਸਿੰਪਥੀ ਕਰਨੀ ਚਾਹੀਦੀ ਹੈਗੀ ਆ। ਪਰ ਜੇ ਮੈਨੂੰ ਲੱਗਦਾ ਕਿ ਸੁਪਰੀਮ ਕੋਰਟ ਇੰਨੀ ਸਟ੍ਰਿਕਟ ਨਾ ਹੁੰਦੀ, ਸੁਪਰੀਮ ਕੋਰਟ ਇਸ ਮੁੱਦੇ ਨੂੰ ਜਿਹੜਾ ਹੈਗਾ ਸੂਓ ਮੋਟੋ ਨਾ ਲੈਂਦੀ, ਤਾਂ ਮੈਨੂੰ ਨਹੀਂ ਲੱਗਦਾ ਕਿ ਹੁਣ ਤੱਕ ਕੀ ਹੋਣਾ ਸੀ ਕੀ ਨਹੀਂ ਹੋਣਾ ਸੀ। ਪਰ ਮੈਂ ਇੱਕ ਗੱਲ ਜ਼ਰੂਰ ਡਿਮਾਂਡ ਕਰਦਾ ਹੈਗਾ ਕਿ ਇਸ ਗੱਲ ਦੇ ਵਿੱਚ ਕੇਵਲ ਔਰ ਕੇਵਲ ਇੰਨਾ ਨਹੀਂ ਹੈਗਾ ਕਿ 300 ਦੇਖੋ 2 FIR ਦਰਜ ਹੋਈਆਂ ਹੈਗੀਆਂ, ਇੱਕ 304 ਇਹਦੇ ਵਿੱਚ ਹੈਗੀ, ਇੱਕ 302 ਦੇ ਵਿੱਚ ਹੈਗੀ ਆ, ਔਰ ਡਿਮਾਂਡ ਇਹ ਹੈਗੀ ਆ ਕਿ ਉਸ ਨੂੰ ਜਿਹੜਾ ਹੈਗਾ 302 ਦੇ ਵਿੱਚ ਕਨਵਰਟ ਕੀਤਾ ਜਾਵੇ। ਨੰਬਰ 1 ਮੈਂ ਇੱਕ ਹੋਰ ਗੱਲ ਜਿਹੜੀ ਹੈਗੀ ਆ, ਜਿਹੜੇ ਉੱਥੇ ਜਿੰਨੇ ਵੀ ਲੋਕ ਗਏ ਹੈਗੇ ਆ ਉਹਨਾਂ ਦੀ ਸਿੰਪਥੀ ਦੇ ਵਿੱਚ ਗਏ ਹੈਗੇ ਆ ਜਾਂ ਜਿਵੇਂ ਵੀ ਗਏ ਹੈਗੇ ਆ, ਉਹਨਾਂ ਨੂੰ ਇੱਕ ਡਿਮਾਂਡ ਮੈਂ ਸਮਝਦਾ ਸ਼੍ਰੋਮਣੀ ਅਕਾਲੀ ਦਲ ਇਸ ਲੈਵਲ ਤੇ ਕਰਦਾ ਹੈਗਾ ਕਿ ਜਿਹੜੇ ਮਿਸਟਰ ਮਿਸ਼ਰਾ ਹੈਗੇ ਆ, ਜਿਹੜੇ ਗ੍ਰਹਿ ਰਾਜ ਮੰਤਰੀ ਹੈਗੇ ਆ, ਉਹਨਾਂ ਨੂੰ 201 ਦੇ ਵਿੱਚ ਰੱਖਣਾ ਚਾਹੀਦਾ ਤੇ ਉਹਨਾਂ ਦੇ ਖਿਲਾਫ ਵੀ ਪਰਚਾ ਦਰਜ ਹੋਣਾ ਚਾਹੀਦਾ। ਕਿਉਂਕਿ ਜਦੋਂ ਕੋਈ ਵੀ FIR ਦਰਜ ਹੁੰਦੀ ਹੈ, ਜਿਹੜਾ ਲਲਕਾਰਾ ਮਾਰਨ ਵਾਲਾ ਹੁੰਦਾ ਜਾਂ ਪ੍ਰਵੋਕ ਕਰਨ ਵਾਲਾ ਹੁੰਦਾ, ਉਸ ਦਾ ਜਿਹੜਾ ਹੈਗਾ ਬਰਾਬਰ ਦਾ ਰੋਲ ਹੋਇਆ ਕਰਦਾ। ਇਸ ਕਰਕੇ ਜਿਹੜਾ ਹੁਣ ਤੱਕ ਉਹਨਾਂ ਨੂੰ ਕੋਈ ਨੋਟਿਸ ਨਹੀਂ ਦਿੱਤਾ, ਮੇਰਾ ਇਸ ਤੇ ਵੀ ਇਤਰਾਜ਼ ਹੈਗਾ। ਉਹਨਾਂ ਨੂੰ ਜਿਹੜਾ ਹੈਗਾ ਫੜ ਕੇ ਬਿਆਨ ਦਾ ਬਾਹਰ ਕਰਨਾ ਚਾਹੀਦਾ, ਔਰ ਨਾਲ ਦੀ ਨਾਲ ਖੱਟੜ ਸਾਹਿਬ ਨੂੰ ਵੀ, ਕਿਉਂਕਿ ਖੱਟੜ ਸਾਹਿਬ ਹੀ ਉਸੇ ਸੀਕੁਐਂਸ ਦਾ ਜਿਹੜੇ ਹੈਗੇ ਆ ਹਿੱਸਾ ਹੈਗੇ ਆ, ਉਹਨਾਂ ਦੇ ਖਿਲਾਫ ਵੀ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ। ਇਹਨਾਂ ਦੀ ਪ੍ਰੋਵੋਕੇਸ਼ਨ ਕਰਕੇ ਜਿਹੜਾ ਹੈਗਾ ਇਹ ਰਿਜ਼ਲਟ ਉਸ ਮਿਸ਼ਰੇ ਦੇ ਬੇਟੇ ਨੇ, ਅਸ਼ੀਸ਼ ਮਿਸ਼ਰੇ ਨੇ ਜਿਹੜਾ ਹੈਗਾ ਕੀਤਾ ਹੈਗਾ। ਇਕਬਾਲ ਜੀ ਹਾਂਜੀ ਆਵਾਜ਼ ਆ ਰਹੀ ਹੈ? ਹਾਂਜੀ ਆ ਰਹੀ ਬੰਦੋ। ਹਾਂਜੀ ਤੁਹਾਡਾ ਕਮੈਂਟ ਜੀ। ਹਾਂਜੀ ਇਕਬਾਲ ਜੀ। ਹਾਂ, ਕਮੈਂਟ ਦਾ ਭਾਰਦਵਾਜ ਦੇਖੋ ਇਹੀ ਹੈ ਵੀ ਕੋਈ ਵੀ, ਜਿਵੇਂ ਧਾਰਨੀ ਸਾਹਿਬ ਨੇ ਕਿਹਾ ਨਾ, ਕਿਤੇ ਵੀ ਕੋਈ ਮੰਦਭਾਗੀ ਘਟਨਾ ਹੁੰਦੀ ਹੈ ਨਾ, ਸਭ ਤੋਂ ਪਹਿਲਾਂ ਤਾਂ ਕਾਨੂੰਨ ਨੂੰ ਫੰਕਸ਼ਨ ਉੱਥੇ ਕਰਨਾ ਚਾਹੀਦਾ, ਨਾ ਕਿ ਰਾਜਨੇਤਾ ਉੱਥੇ ਜਾ ਕੇ ਪ੍ਰੈਸ਼ਰ ਬਣਾਉਣ ਜਾਂ ਰਾਜਨੀਤੀ ਚਮਕਾਉਣ। ਕਾਨੂੰਨ ਆਟੋਮੈਟਿਕ ਆਪਣੇ ਆਪ ਫੰਕਸ਼ਨ ਹੋਣਾ ਚਾਹੀਦਾ। ਉਹਦੇ ਚ ਮਤਲਬ ਅੱਜ ਜਦੋਂ ਵੀ ਕਿਤੇ ਰਾਜਨੀਤੀ ਹੁੰਦੀ ਹੈ, ਇਹੋ ਜਿਹੇ ਮੰਦਭਾਗੀਆਂ ਘਟਨਾ ਹੋਣਗੀਆਂ, ਉਹਦੇ ਤੇ ਰਾਜਨੀਤੀ ਖੇਡੀ ਜਾਂਦੀ ਹੈ। ਮਤਲਬ ਫਿਰ ਉਹਨੂੰ ਵੋਟਾਂ ਵਿੱਚ ਕਨਵਰਟ ਕਿਵੇਂ ਕਰਨਾ, ਉਹ ਸਿਰਫ ਫੋਕਸ ਹੁੰਦਾ, ਕਿਸੇ ਦੇ ਪਰਿਵਾਰ ਨਾਲ ਕੋਈ ਹਮਦਰਦੀ ਨਹੀਂ। ਹੁਣ ਰਾਹੁਲ ਯਾਰ ਪ੍ਰਿੰਕਾ ਨੂੰ ਵੀ ਤਾਂ ਯੂਪੀ ਦੀਆਂ ਇਲੈਕਸ਼ਨਾਂ ਦਿਖਦੀਆਂ, ਹੋਰ ਤਾਂ ਉਹਨੂੰ ਪਹਿਲਾਂ ਕਿਤੇ ਯੂਪੀ 'ਚ ਘਟਨਾ ਨਹੀਂ ਕੋਈ ਹੋਈ। ਕਿੰਨੇ ਦੰਗੇ ਹੋਏ, ਕਿੱਥੇ ਹੋ ਗਏ? ਬਾਕੀ ਉਹ ਵਿਹਲੇ ਹੈਗੇ, ਬੇਰੁਜ਼ਗਾਰ ਹੈ, ਇਸ ਟਾਈਮ ਝੋਲੀ ਚੱਕਦੇ ਤੁਰ ਪੈਣੇ। ਦੇਖੋ CM ਹੈਗਾ ਕੇਜਰੀਵਾਲ, ਉਹਦੇ ਰੰਜੇਵੇਂ ਵੀ ਹੋ ਸਕਦੇ, ਮੀਟਿੰਗਾਂ ਵੀ ਫਿਕਸ ਹੋ ਸਕਦੀਆਂ, ਉਹਨੇ ਆਪਣੇ ਡੈਲੀਗੇਸ਼ਨ ਭੇਜੇ। ਗੱਲ ਇਹ ਹੈ ਕਿ ਵੀ ਜੇ ਕਾਂਗਰਸ ਇੰਨੀ ਸੀਰੀਅਸ ਹੈ ਤਾਂ ਬਰਗਾੜੀ ਨੂੰ ਕਿਵੇਂ ਨਹੀਂ ਹੁਣ ਤੱਕ ਫੜ ਸਕੇ? ਜਿਹੜੇ ਨੂੰ ਕਹਿੰਦੇ ਵੀ ਜਿਹਦੇ ਤੇ ਮਰਡਰ ਦਾ ਉਹਨੂੰ ਫੜ ਕੇ ਅੰਦਰ ਕਰ ਦੇਣਾ ਚਾਹੀਦਾ। ਬਰਗਾੜੀ ਵਾਲੇ ਤਾਂ ਪੁਲਿਸ ਵਾਲੇ ਸੀਗੇ, ਉਹ ਅੱਜ ਤੱਕ ਇਹਨਾਂ 4.5 ਸਾਲ ਚ ਨਹੀਂ ਫੜ ਕੇ ਅੰਦਰ ਦੇ ਹੋਏ। ਪਹਿਲਾਂ ਆਪਣੇ ਚ ਅੰਦਰ ਝਾਤੀ ਮਾਰਿਆ ਕਰੋ, ਦੂਜੇ ਤੇ ਉਂਗਲੀ ਤਾਂ ਚੱਕਿਆ ਕਰੋ। ਖੜਿਆ ਸਾਹਿਬ, ਗੱਲ ਇਹ ਹੈ ਵੀ ਤੁਸੀਂ ਸਿਰਫ ਰਾਜਨੀਤੀ, ਕਾਂਗਰਸ, BJP ਔਰ ਅਦਰ ਪਾਰਟੀ ਰਾਜਨੀਤੀ ਇਹੋ ਜਿਹੇ ਗੱਲਾਂ ਤੇ ਖੇਡਦੇ ਜਿਹੜੀ ਕਾਨੂੰਨ ਦਾ ਆਪਣੇ ਆਪ ਆਟੋਮੈਟਿਕ ਫੰਕਸ਼ਨ ਹੋਣਾ ਚਾਹੀਦਾ। ਸਾਰੀਆਂ ਏਜੰਸੀਆਂ ਇਹ ਜਦੋਂ ਸਰਕਾਰ ਹੁੰਦੀ ਉਹ ਆਪਣੇ ਕਬਜ਼ੇ ਚ ਕਰ ਲੈਂਦੇ। ਇਹ ਤਾਂ ਆਜ਼ਾਦ ਹੋਣੀਆਂ ਚਾਹੀਦੀਆਂ ਸਾਰੀਆਂ। ਪੁਲਿਸ ਫੋਰਸ ਹੈ ਇਹ, ਕਿਸੇ ਰਾਜਨੀਤਿਕ ਜਾਂ ਸਰਕਾਰਾਂ ਦੇ ਥੱਲੇ ਦਬਾਅ 'ਚ ਨਹੀਂ ਕੰਮ ਕਰਨਾ ਚਾਹੀਦਾ ਇਹਨਾਂ ਨੂੰ। ਇਹ ਜਦੋਂ ਕਾਂਗਰਸ ਸਰਕਾਰ ਸੀ, ਇਹ ਵੀ CBI ਦਾ ਦੁਰਉਪਯੋਗ ਕਰਦੇ ਸੀਗੇ। ਯੂਪੀ 'ਚ ਆ ਸਰਕਾਰਾਂ ਬਣਾਉਣ ਨੂੰ ਇਹਨਾਂ ਨੇ ਵੀ ਆਹੀ ਕੁਝ ਕੀਤਾ। ਇਹਨਾਂ ਤੋਂ ਸਿੱਖ ਕੇ BJP ਕਰਨ ਲੱਗ ਗਈ। ਹੁਣ ਇਹਦੇ 'ਚ ਨਵੀਂ ਗੱਲ ਕੀ ਹੈ? ਇਹ ਤਾਂ ਤੁਸੀਂ ਸਿਖਾਇਆ ਨਾ, ਇਹ ਜਿਹੜੀ ਰਾਜਨੀਤੀ ਹੈ ਇਹਨਾਂ ਨੂੰ, BJP ਨੂੰ। ਇਸ ਕਰਕੇ ਇਹ ਗੱਲਾਂ ਨਾ ਕਰਿਆ ਕਰੋ, ਦੂਜੇ ਤੇ ਲਾਂਛਣ ਲਾਇਆ ਕਰੋ। ਇਹਨੂੰ ਸੀਰੀਅਸ ਨੋਟ ਤੇ ਲਿਆ ਕਰੋ ਵੀ ਸਾਡੇ ਦੇਸ਼ ਦੀ ਕਾਨੂੰਨ ਵਿਵਸਥਾ ਲੱਚਰ ਹੋ ਚੁੱਕੀ ਹੈ, ਇਹਨੂੰ ਠੀਕ ਕਰਨ ਦੀ ਲੋੜ ਹੈਗੀ। ਕਦੇ ਵੀ ਕਿਤੇ ਘਟਨਾ ਹੁੰਦੀ ਹੈ, ਕਾਨੂੰਨ ਨੂੰ ਆਟੋਮੈਟਿਕ ਫੰਕਸ਼ਨ ਕਰਨਾ ਚਾਹੀਦਾ, ਨਾ ਕਿ ਰਾਜਨੇਤਾ ਜਾ ਕੇ ਉੱਥੇ ਦਬਾਅ ਬਣਾਉਣ। ਇਹ ਸਿਰਫ ਜੇ ਰਾਜਨੇਤਾ ਜਾ ਰਹੇ ਤਾਂ ਸਮਝ ਲਓ ਤੁਹਾਡੇ ਦੇਸ਼ ਦੀ ਕਾਨੂੰਨ ਵਿਵਸਥਾ ਲੱਚਰ ਹੈ, ਖਰਾਬ ਹੋ ਚੁੱਕੀ, ਸੜ ਚੁੱਕੀ ਹੈ। ਉਹਦੇ ਤੇ ਝਾਤੀ ਮਾਰਿਆ ਕਰੋ, ਉਹਦੇ ਤੇ ਵਿਸ਼ਲੇਸ਼ਣ ਕਰਿਆ ਕਰੋ ਵੀ ਕਿੱਥੇ ਘਾਟਾ ਸਾਡੇ। ਇਸ ਕਰਕੇ ਉਹ ਨਹੀਂ ਉਜਾਗਰ ਕਰਨੀਆਂ, ਦੂਜੇ ਤੇ ਉਂਗਲੀ। ਅਸੀਂ ਗਏ, ਅਸੀਂ ਕ੍ਰੈਡਿਟ ਕਾਹਦਾ ਹੁੰਦਾ ਵੀ ਕਿਸੇ ਦੇ ਲਾਸ਼ਾਂ ਦੇ ਉੱਥੇ ਤੁਸੀਂ ਰਾਜਨੀਤੀ ਕਰੋਗੇ? ਅਸੀਂ ਨਹੀਂ ਚਾਹੁੰਦੇ ਇਹ ਜੀ ਰਾਜਨੀਤੀ, ਗੰਦੀ ਰਾਜਨੀਤੀ। ਇਸ ਕਰਕੇ ਇਹ ਚੀਜ਼ਾਂ ਦਾ ਆਟੋਮੈਟਿਕ
ਇਹ ਸਾਡੀਆਂ ਜਿੰਨੀਆਂ ਸੰਸਥਾ, ਚੋਣ ਕਮਿਸ਼ਨ ਹੈ, ਬਾਕੀ ਪੁਲਿਸ ਫੋਰਸ ਹੈ, ਸਾਰੀਆਂ ਆਜ਼ਾਦ ਹੋਣੀਆਂ ਚਾਹੀਦੀਆਂ, ਰਾਜਨੀਤਾ ਦੇ ਚੁੰਗਲ ਚੋਂ ਨਿਕਲਣੀਆਂ ਚਾਹੀਦੀਆਂ। ਸਾਡੀ ਤਾਂ ਇਹ ਡਿਮਾਂਡ ਹੈਗੀ। ਇਸ ਕਰਕੇ ਇਹ ਮੁੱਦੇ ਹੀ ਤਾਂ ਖੜੇ ਹੁੰਦੇ ਜਦੋਂ ਇਹ ਆਪਣੇ ਬੰਧਕ ਬਣਾ ਕੇ ਰੱਖਦੇ ਇਹਨਾਂ ਸੰਸਥਾ ਨੂੰ। ਇਸ ਤੇ ਲੋਕਾਂ ਨੂੰ ਵੀ ਸੋਚਣ ਦੀ ਲੋੜ ਆ ਵੀ ਇਹਨਾਂ ਦੇ ਜੇ ਚੁੰਗਲ ਚੋਂ ਨਿਕਲਣਾ, ਦੇਸ਼ ਨੂੰ ਆਜ਼ਾਦ ਕਰਾਉਣਾ ਪਊਗਾ ਇਹਨਾਂ ਕਾਲੇ ਅੰਗਰੇਜ਼ਾਂ ਤੋਂ। ਇਹਨਾਂ ਨੇ ਨਹੀਂ ਏਦਾਂ ਹੀ ਤੁਹਾਨੂੰ ਅਲਝਾ ਕੇ ਰੱਖਣਾ। ਕਿਸੇ ਨੂੰ 50 ਲੱਖ ਦਾ ਲਾਲਚ ਦੇ ਦੇਣਗੇ, ਉਹਨਾਂ ਦਾ ਬੱਚਾ ਮੁੜਿਆ ਆਊਗਾ। ਮਤਲਬ ਕਾਨੂੰਨ ਦੀ ਇੰਨਾ ਡਰ ਹੋਣਾ ਚਾਹੀਦਾ ਵੀ ਇਹੋ ਜਿਹੀ ਕੋਈ ਘਟਨਾ ਕਰੇ ਨਾ ਸਕੇ। ਉਹਨੂੰ ਪਤਾ ਹੋਵੇ ਮੈਂ ਕਾਨੂੰਨ 'ਚ ਫਸਿਆ ਜਾਊਂਗਾ। ਇਹਨਾਂ ਨੇ ਤਾਂ ਜਿਹੜਾ ਦਾ ਉਹਦਾ ਰਿਜ਼ਰਵ ਆਰਡਰ ਰੱਖਿਆ ਵਾ, ਜਿਹੜੇ ਨੂੰ ਇਹਨਾਂ ਨੇ ਗ੍ਰਹਿ ਰਾਜ ਮੰਤਰੀ ਬਣਾਇਆ ਹੋਇਆ, ਉਹਦਾ ਕਤਲ ਦਾ ਦੋਸ਼ੀ ਆ, ਉਹ ਆਰਡਰ ਰਿਜ਼ਰਵ ਹੈ। ਉਹਨੂੰ ਇਹ ਮਤਲਬ ਸੈਂਟਰ 'ਚ ਕੈਬਨਿਟ 'ਚ ਬਿਠਾ ਕੇ ਰਾਜ ਮੰਤਰੀ ਦਾ ਤਗਮਾ ਦੇਈ ਬੈਠੇਗੇ। ਮਤਲਬ ਜਦੋਂ ਤੱਕ ਕਾਨੂੰਨ ਨੂੰ ਤੁਸੀਂ ਏਦਾਂ ਖੁੱਲਾ ਛੱਡੋਗੇ, ਉਹਨਾਂ ਦੇ ਫਿਰ ਏਦਾਂ ਦੇ ਇੰਸੀਡੈਂਟ ਸਾਹਮਣੇ ਆਉਣਗੇ। ਦੁਬਾਰਾ ਆਣਾ ਤੁਹਾਡੇ ਕੋਲ ਦੁਬਾਰਾ चेतन जी कई पॉइंट आ गए। टारगेट ਤੇ ਬੀਜੇਪੀ ਹੈ। चेतन जी ਦੇਖੋ ਜੀ, ਪਹਿਲੀ ਗੱਲ ਤੇ ਇਹ ਬਹੁਤ ਇੱਕ ਮੰਦਭਾਗਾ ਹਾਦਸਾ ਹੋਇਆ ਤੇ ਅਫਸੋਸ ਤੇ ਬੜਾ ਇੱਕ ਛੋਟਾ ਜਿਹਾ ਲਫ਼ਜ਼ ਬਣਦਾ, ਕਿਉਂਕਿ ਜਿਨ੍ਹਾਂ ਦੀਆਂ ਜਾਨਾਂ ਚਲੇ ਗਈਆਂ, ਜਿਹੜੇ ਕਿਸਾਨਾਂ ਦੇ ਤੇ ਨਾਲ ਦੂਸਰੇ ਜਿਹੜੇ ਟੋਟਲ 9 ਲੋਕ ਉੱਥੇ ਉਸ ਟਾਈਮ ਜਿਨ੍ਹਾਂ ਦੀ ਜ਼ਿੰਦਗੀ ਖਤਮ ਹੋਈ ਆ, ਉਹ ਜ਼ਿੰਦਗੀਆਂ ਵਾਪਸ ਤੇ ਨਹੀਂ ਆਉਂਦੀਆਂ। ਤੇ ਸਖਤ ਸ਼ਬਦਾਂ ਦੇ ਵਿੱਚ ਮੈਂ ਇਸ ਚੀਜ਼ ਦੀ ਨਿੰਦਿਆ ਵੀ ਕਰਦਾ। ਬੀਜੇਪੀ ਟਾਰਗੇਟ 'ਚ ਜ਼ਰੂਰ ਆਉਣੀ ਆ, ਕਿਉਂਕਿ ਬੀਜੇਪੀ ਸੈਂਟਰ 'ਚ ਵੀ ਸਰਕਾਰ ਸਾਡੀ ਆ ਤੇ ਸਟੇਟ 'ਚ ਵੀ ਸਰਕਾਰ ਸਾਡੀ ਆ। ਵੱਖ-ਵੱਖ ਸਮਿਆਂ ਦੇ ਉੱਤੇ ਜਿਹੜੀਆਂ ਵੀ ਸਟੇਟ ਗਵਰਨਮੈਂਟਸ ਹੁੰਦੀਆਂ ਨੇ, ਉਹਨਾਂ ਦੇ ਰਾਜ ਦੇ ਦੌਰਾਨ ਚਾਹੇ ਕਾਂਗਰਸ ਦੀ ਸਰਕਾਰ ਹੋਵੇ, ਚਾਹੇ ਦਿੱਲੀ 'ਚ ਆਮ ਆਦਮੀ ਪਾਰਟੀ ਸਰਕਾਰ ਹੋਵੇ, ਚਾਹੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਹੋਵੇ ਜਾਂ ਕਿਸੇ ਦੀ ਇੰਡੀਵਿਜੂਅਲ ਸਰਕਾਰ ਹੋਵੇ, ਜਦੋਂ ਵੀ ਕਿਸੇ ਸਟੇਟ ਦੇ ਵਿੱਚ ਕੋਈ ਹਾਦਸਾ ਹੁੰਦਾ ਤੇ ਉਸ ਹਾਦਸੇ ਦੀ चेतन जी एक मिनट इंटरप्ट कर रहे हैं। अपना धारनी साहब, खडियाल साहब, इकबाल जी काइंडली ना म्यूट कर लियो, किते लगदा थोड़ी बहुत डिस्टर्बेंस है किसे ओदे, थोड़ा म्यूट कर लियो अपने अपने उन्हां नूं। हां जी चेतन जी तुसीं ਇਹ ਜਿਹੜੀ ਮੇਰੇ ਜਿਹੜੇ ਸਤਿਕਾਰਯੋਗ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਬੁਲਾਰੇ ਇਸ ਟਾਈਮ ਬੈਠੇ ਜੇ, ਉਹਨਾਂ ਦਾ ਗੁੱਸਾ ਮੈਂ ਜਾਇਜ਼ ਸਮਝਦਾ। ਮੈਂ ਇਹਨਾਂ ਨੂੰ ਬਿਲਕੁਲ ਗਲਤ ਨਹੀਂ ਕਹਿੰਦਾ, ਇਹਨਾਂ ਦਾ ਗੁੱਸਾ ਜਾਇਜ਼ ਆ। ਲੇਕਿਨ ਤੁਸੀਂ ਇਹ ਦੇਖੋ ਕਿ ਇਸ ਦੇ ਨਾਲ ਨਾਲ ਜਿਹੜੀ ਕਿ ਯੂਪੀ ਸਰਕਾਰ ਨੇ ਇੱਕ ਬੈਲੈਂਸ ਬਣਾ ਕੇ ਰੱਖਿਆ। ਦੇਖੋ, ਇਹ ਕਹਿੰਦੇ ਨੇ ਕਿ ਸਤਿਕਾਰਯੋਗ ਪ੍ਰਿਯੰਕਾ ਗਾਂਧੀ ਜੀ ਨੂੰ ਨਜ਼ਰਬੰਦ ਕਰਕੇ ਰੱਖਿਆ। ਮੈਂ ਇੱਥੇ ਇੱਕ ਸਵਾਲ ਦੇ ਖੈਰ ਕੀ ਕਰਨਾ, ਮੈਂ ਆਪ ਹੀ ਦੱਸ ਦਿੰਦਾ ਤੁਹਾਨੂੰ। ਸਵਾਲ ਦੀ ਗੱਲਾਂ ਬੜੀਆਂ ਦੂਰ ਦੀਆਂ ਨੇ। ਉਹ ਮਹਾਸਚਿਵ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੀ ਲੀਡਿੰਗ ਆਪੋਜੀਸ਼ਨ ਪਾਰਟੀ ਦੀ। ਕਿੱਡੀ ਵੱਡੀ ਸਿਕਿਉਰਿਟੀ ਉਹਨਾਂ ਦੇ ਨਾਲ ਹੁੰਦੀ ਆ। ਉਹ ਕਿਸ ਸਿਸਟਮ ਦੇ ਵਿੱਚ ਉੱਥੋਂ ਗੱਡੀ ਲੈ ਕੇ ਨਿਕਲੇ, ਖੁਦਾ ਨਾ ਖਾਸਤਾ ਰਸਤੇ ਦੇ ਵਿੱਚ ਕੋਈ ਮਿਸ ਹੈਪਨਿੰਗ, ਕੋਈ ਡਰਾਈਵਰ ਦੀ ਹੋ ਜਾਂਦੀ ਆ, ਕੋਈ ਗੱਡੀ ਦੀ ਹੋ ਜਾਂਦੀ ਆ, ਅੱਗੇ ਪਿੱਛੇ ਕੋਈ ਚੀਜ਼ਾਂ ਜਿਹੜੀਆਂ ਇਹਨਾਂ ਦੀ ਸਿਕਿਉਰਿਟੀ ਨਹੀਂ ਹੁੰਦੀ, ਕੋਈ ਜਾਨਵਰ ਸੜਕ ਦੇ ਅੱਗੇ ਆ ਜਾਂਦਾ ਵਾ, ਉਸ ਦੀ ਜਾਨ ਮਾਲ ਦੀ ਰੱਖਿਆ ਕਰਨਾ ਵੀ ਉਸ ਸਟੇਟ ਗਵਰਨਮੈਂਟ ਦਾ ਕੰਮ ਆ। ਜੇ ਉਹਨਾਂ ਨੂੰ ਇਸ ਹਾਲਾਤ ਵਿੱਚ, ਜਦੋਂ ਕਿ ਉੱਥੇ ਮੌਤਾਂ ਹੋਈਆਂ ਹੋਣ, ਉੱਥੇ ਜੋ ਹਾਦਸਾ ਵਾਪਰਿਆ ਵਾ, ਉਸ ਦੌਰਾਨ ਭੀੜ ਭੜਕੀ ਹੋਈ, ਉੱਥੇ ਜੇ ਇਹਨਾਂ ਨੂੰ ਕੁਝ ਕਹਿ ਦਿੰਦੀ ਤਾਂ ਵੀ ਉਹ ਸਟੇਟ ਗਵਰਨਮੈਂਟ ਦੇ ਉੱਤੇ ਗੱਲ ਆਉਣੀ ਸੀ। ਸੋ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਉੱਥੇ ਗਈਆਂ ਨੇ, ਜੇ ਉਹਨਾਂ ਨੂੰ ਜਿਹੜੇ ਟਾਈਮ ਦੇ ਉੱਤੇ ਸਤਿਕਾਰਯੋਗ ਜਿਹੜੀ ਉੱਥੋਂ ਦੀ ਪੁਲਿਸ ਆ, ਉਹਨਾਂ ਨੇ ਜੇ ਇੱਕ ਬੈਲੈਂਸ ਟਾਈਮ ਬਣਾ ਕੇ ਇਹਨਾਂ ਨੂੰ ਕਿਹਾ ਹੋਇਆ ਤੁਸੀਂ ਉੱਥੇ ਜਾਓ, ਜਾਂ ਇੱਕ ਟਾਈਮ ਤੇ ਦਿੱਤਾ, ਉਹਨਾਂ ਨੇ ਆਪਣੀ ਸਿਕਿਉਰਿਟੀ ਅਲਰਟ ਕਰਕੇ ਫਿਰ ਇਹਨਾਂ ਨੂੰ ਉੱਥੇ ਜਾਣ ਦਾ ਜਿਹੜੀ ਪ੍ਰਵਾਨਗੀ ਦਿੱਤੀ ਆ। ਔਰ ਮੇਰਾ ਖਿਆਲ ਜਿਹੜੀ ਵੀ ਸਰਕਾਰ, ਚਾਹੇ ਦਿੱਲੀ ਦੇ ਵਿੱਚ ਆਪ ਦੀ ਸਰਕਾਰ ਆ, ਪੰਜਾਬ 'ਚ ਕਾਂਗਰਸ ਸਰਕਾਰ ਆ, ਉੱਥੇ ਵੀ ਜੇ ਕੋਈ ਇਦਾਂ ਦਾ ਜਿਹਾ ਹਾਦਸਾ ਹੁੰਦਾ, ਇਹਨਾਂ ਨੂੰ ਵੀ ਉਹ ਸਟੈਪ ਲੈਣਾ ਪੈਣਾ ਸੀਗਾ ਜੋ ਬੀਜੇਪੀ ਨੇ ਉੱਥੇ ਲਿਆ। ਨੰਬਰ 2, ਕਾਂਗਰਸ ਦੇ ਜਿਹੜੇ ਮੇਰੇ ਵੀਰ ਗੱਲ ਕਰ ਰਹੇ ਸੀਗੇ, ਮੈਂ ਮੰਨਣਾ ਬਹੁਤ ਅੱਛੇ ਵਕੀਲ ਨੇ। ਔਰ ਅਰਸ਼ਪ੍ਰੀਤ ਜੀ, ਇਹ ਕੋਰਟ ਦੇ ਵਿੱਚ ਜਿਹੜੀ ਤੁਸੀਂ ਗੱਲ ਕਰਦੇ ਨਾ, ਇੱਕ ਸਨਮਾਨਨੀय ਕੋਰਟ ਦੇ ਵਿੱਚ, ਉਹਦਾ ਲਹਿਜਾ ਕੁਝ ਹੋਰ ਹੁੰਦਾ ਵਾ। ਜਦੋਂ ਅਸੀਂ ਟੀਵੀ ਦੇ ਉੱਤੇ ਇੱਕ ਮੁੱਦੇ ਦੇ ਉੱਤੇ ਚਰਚਾ ਕਰੀਦੀ ਆ ਨਾ, ਉਹਦੇ ਵਾਸਤੇ ਥੋੜੀਆਂ ਜਿੰਨੀਆਂ ਨਾ ਪਰਿਸਥਿਤੀਆਂ ਨੂੰ ਜਾਣਨ ਦੀ ਕੋਸ਼ਿਸ਼ ਕਰੋ ਕਿ ਪਰਿਸਥਿਤੀਆਂ ਕੀ ਬਣੀਆਂ ਸੀਗੀਆਂ। ਤੁਸੀਂ ਉਂਗਲ ਚੁੱਕੀ ਬੀਜੇਪੀ ਦੇ ਉੱਤੇ, ਨੈਚੁਰਲੀ ਜਿਹੜੀ ਸਰਕਾਰ ਹੈਗੀ ਉੱਤੇ ਉਂਗਲਾਂ ਚੁੱਕੀਆਂ ਜਾਣੀਆਂ। ਹੁਣ ਜੇ ਬਰਗਾੜੀ ਕਾਂਡ ਦੇ ਵਿੱਚ ਕਾਂਗਰਸ ਨੇ ਨਹੀਂ ਕੀਤਾ ਕੁਝ ਵੀ, ਤੇ ਝੂਠੇ ਇਲਜ਼ਾਮ ਲਾਤੇ ਜਾਂ ਸੱਚੇ ਇਲਜ਼ਾਮ ਲਾਏ, ਜੋ ਕੁਝ ਵੀ ਕੀਤਾ ਉਹਦੀ ਜ਼ਿੰਮੇਵਾਰ ਕਾਂਗਰਸ ਆ। ਮੈਂ ਤਾਂ ਬਹੁਤੀ ਗੱਲ ਕਰਦਾ ਨਹੀਂ। ਦੁੱਖ ਕਿੱਥੇ ਲੱਗਾ, ਇਸ ਗੱਲ ਨੂੰ ਧਾਰਨੀ ਸਾਹਿਬ ਵੀ ਸਮਝਣਗੇ, ਕਿਉਂਕਿ ਮੇਰੇ ਤੋਂ ਵੱਡੇ ਨੇ, ਜ਼ਿਆਦਾ ਤਜਰਬਾ ਉਹਨਾਂ ਦਾ। ਆਮ ਆਦਮੀ ਪਾਰਟੀ ਤੋਂ ਇਕਬਾਲ ਜੀ ਵੀ ਸਮਝਣਗੇ, ਤੇ ਸਮਝੋਗੇ ਅਰਸ਼ਪ੍ਰੀਤ ਜੀ ਤੁਸੀਂ ਵੀ, ਜਦੋਂ ਕਿਸੇ ਦੇ ਘਰ ਨਾ ਕਰਨ ਜਾਈਦਾ ਨਾ, ਆਪਣੇ ਸ਼ੋਕ ਪ੍ਰਗਟ ਕਰਨ ਜਾਈਦਾ ਵਾ, ਤੇ ਉਦਾਂ ਦਾ ਚਿਹਰਾ, ਉਦਾਂ ਦੇ ਹਾਵ ਭਾਵ ਲੈ ਕੇ ਜਾਈਦੇ ਨੇ, ਜਿਹਦੇ ਨਾਲ ਇਹ ਲੱਗੇ ਕਿ ਮੈਂ ਸ਼ੋਕ ਪ੍ਰਗਟ ਕਰਨ ਜਾ ਰਿਹਾ ਰੈਲੀ ਕਰਕੇ, ਮੈਂ ਕੋਈ ਉੱਥੇ ਤਾਕਤ ਦਾ ਪ੍ਰਦਰਸ਼ਨ ਨਹੀਂ ਕਰਨਾ। ਔਰ ਦੂਜੀ ਗੱਲ, ਮੈਨੂੰ ਇੱਥੇ ਦੱਸੋ, ਤੁਸੀਂ ਬੜੀ ਮਤਲਬ ਖੜ ਕੇ ਤੁਸੀਂ ਗੱਲ ਕਰ ਰਹੇ ਹੋ, ਮੈਨੂੰ ਸਟਾਈਲ ਬਹੁਤ ਸੋਹਣਾ ਲੱਗਦਾ, ਪ੍ਰਮਾਤਮਾ ਹੋਰ ਤਰੱਕੀ ਦੇਵੇ ਤੁਹਾਡੇ ਸਟਾਈਲ ਨੂੰ। ਲੇਕਿਨ ਇੱਥੇ ਮੈਨੂੰ ਇੱਕ ਗੱਲ ਦਾ ਜਵਾਬ ਚਾਹੀਦਾ। ਕਦੀ
ਇਦਾਂ ਹੁੰਦਾ ਕਿ ਤੁਹਾਡੇ ਫੇਸ ਤੇ ਸਮਾਈਲ ਹੋਵੇ, ਹੱਥਾਂ ਤੇ ਤੁਸੀਂ ਝੰਡੇ ਫੜੇ ਹੋਣ ਔਰ ਤੁਸੀਂ ਹੱਥ ਐਉਂ ਹਿਲਾਉਂਦੇ ਹੋਣ ਤੁਹਾਡੇ ਸਤਿਕਾਰਯੋਗ ਮੁੱਖ ਮੰਤਰੀ ਜੀ, ਔਰ ਤੁਹਾਡੇ ਜਿਹੜੇ ਕਾਂਗਰਸ ਦੇ ਪ੍ਰਧਾਨ ਸਤਿਕਾਰਯੋਗ ਨਵਜੋਤ ਸਿੱਧੂ ਜੀ ਐਉਂ ਕਰਦੇ ਹੋਣ, ਔਰ ਜਿੱਦਾਂ ਦੀ ਉਹਨਾਂ ਨੇ ਲੈਂਗੁਏਜ ਯੂਜ਼ ਕੀਤੀ ਕੱਲ ਟੀਵੀ ਦੇ ਉੱਤੇ ਚਰਚਾ ਦਾ ਵਿਸ਼ਾ ਰਿਹਾ ਵਾ, ਤੁਸੀਂ ਮੈਨੂੰ ਦੱਸੋ ਇਦਾਂ ਕੀ ਸ਼ੋਕ ਪ੍ਰਗਟ ਕਰਨ ਚਾਹੀਦਾ? ਇੱਕ ਬੰਦੇ ਦੇ ਪਰਿਵਾਰ ਦਾ ਜੀ ਚਲਾ ਗਿਆ, ਉਹਨੇ ਵਾਪਸ ਨਹੀਂ ਆਉਣਾ। ਮੌਕੇ ਤੇ ਮਾਹੌਲ ਦੀ ਨਜ਼ਾਕਤ ਦੇਖਦਿਆਂ ਯੂਪੀ ਗਵਰਨਮੈਂਟ ਨੇ ਜਿਹੜਾ ਸਟੈਪ ਚੁੱਕਿਆ ਉਹਨਾਂ ਨੂੰ ਨੌਕਰੀ ਦੇਣ ਦਾ, ਟਾਈਮ ਮਿਲਿਆ ਉਹਨਾਂ ਨੂੰ ਕਿ ਤੁਸੀਂ ਕਦੋਂ ਮਿਸ਼ਰਾ ਜੀ ਦੇ ਬੇਟੇ ਨੂੰ ਉੱਥੇ ਤੁਸੀਂ ਹਾਜ਼ਰ ਕਰਾਉਣਾ ਵਾ। ਮੇਰਾ ਖਿਆਲ ਪਹਿਲੀ ਸਰਕਾਰ ਹੋਣੀ ਹੈ ਜੀ ਭਾਰਦਵਾਜ ਜੀ, ਜਿਸ ਸਰਕਾਰ ਦੇ ਮੰਤਰੀ ਦੇ ਸਰਕਾਰੀ ਦਫ਼ਤਰ ਦੇ ਬਾਹਰ ਉਹ ਚੀਜ਼ ਲੱਗੀ ਹੋਏ। ਇਹਦਾ ਮਤਲਬ ਕਾਨੂੰਨ ਦੀ ਤੇ ਕੋਰਟ ਦੀ ਰਿਸਪੈਕਟ ਕੀਤੀ। ਡਿਲੇ ਜ਼ਰੂਰ ਹੁੰਦਾ ਵਾ ਕਿਉਂਕਿ ਹਾਲਾਤ ਨੂੰ ਕਾਬੂ ਪਾਉਣਾ ਹੁੰਦਾ ਵਾ। ਅਸੀਂ ਕਿਸੇ ਦੇ ਇਲਜ਼ਾਮਾਂ ਦੇ ਦਬਾਅ ਦੇ ਵਿੱਚ ਆ ਕੇ ਕਦੀ ਕਿਸੇ ਬੰਦੇ ਨੂੰ ਅਕਿਊਜ਼ ਨਹੀਂ ਕਰ ਸਕਦੇ, ਲੇਕਿਨ ਬੀਜੇਪੀ ਦੀ ਉੱਥੇ ਸਰਕਾਰ ਆ, ਬੀਜੇਪੀ ਦਾ ਫਰਜ਼ ਬਣਦਾ, ਬੀਜੇਪੀ ਆਪਣਾ ਫਰਜ਼ ਪੂਰਾ ਨਿਭਾ ਰਹੀ ਆ। ਦੂਸਰੀ ਗੱਲ, ਜਿਹੜਾ ਸਿੱਧੂ ਸਾਹਿਬ ਨੇ ਗੱਲ ਕੀਤੀ ਉੱਥੇ ਜਾ ਕੇ, ਜੋ ਵੀ ਆਪਣੇ ਉਹਨਾਂ ਨੇ ਵੀ ਇਹ ਇੱਕ ਸਕਸੈਸਫੁਲ ਹੋਇਆ ਵਾ ਇਹ ਜਿਹੜਾ ਜਲਸਾ, 3-4 ਸਤਿਕਾਰਯੋਗ ਐਮਐਲਏ ਸਾਹਿਬ ਉੱਥੇ ਖੜੇ ਸੀਗੇ, ਇਹਨਾਂ ਨੇ ਇੱਕ ਗਾਲ ਵੀ ਕੱਢੀ, ਉੱਤੇ ਬੀਪ ਚੱਲਦੀ ਆ ਦੱਸਣ ਵਾਸਤੇ ਵੀ ਇਹ ਗਲਤ ਵਰਡ ਯੂਜ਼ ਕੀਤਾ, ਆਪਣੇ ਸਤਿਕਾਰਯੋਗ ਪਿਤਾ ਜੀ ਦਾ ਨਾਮ ਲਿਆ ਵੀ ਜੇ ਉਹਨਾਂ ਦਾ ਬੇਟਾ ਮੁੱਖ ਮੰਤਰੀ ਹੁੰਦਾ ਤੇ ਕੁਝ ਹੋਰ ਹੋਣਾ। ਤੁਸੀਂ ਉੱਥੇ ਕੀ ਕਰਨ ਗਏ ਸੀ? ਤੁਸੀਂ ਉੱਥੇ ਪੋਲੀਟੀਕਲ ਜਰਨੀ ਕਰਨ ਗਏ ਸੀ, ਇੱਕ ਰਾਜਨੀਤਿਕ ਸਫ਼ਰ ਕਰਨ ਗਏ ਸੀਗੇ। ਉਸ ਰਾਜਨੀਤਿਕ ਸਫ਼ਰ ਦੇ ਵਿੱਚ ਤੁਹਾਨੂੰ ਕੁਝ ਨਹੀਂ ਇਦਾਂ ਦੀ ਚੀਜ਼ ਨਜ਼ਰ ਆਈ ਕਿ ਮੈਂ ਉਹਨਾਂ ਨਾਲ ਦੁੱਖ ਵੰਡਾਵਾਂ। ਤੁਸੀਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਮੈਂ 10,000 ਗੱਡੀਆਂ, ਯਾਨੀ ਕਿ ਇੱਕ ਗੱਡੀ 'ਚ 4 ਜਾਂ 5 ਬੰਦੇ ਬੈਠਣ, 50,000 ਬੰਦਿਆਂ ਦਾ ਕਾਫਲਾ ਉੱਥੇ ਲੈ ਕੇ ਜਾਵਾਂ। ਯਾਰ ਕਿਸੇ ਦਾ ਜੀ ਮਰਿਆ। ਤੁਸੀਂ ਜੇ ਹੋਠਾਂ ਤੇ ਸਮਾਈਲ ਲੈ ਕੇ, ਹੱਥਾਂ ਦੇ ਝੰਡੇ ਫੜ ਕੇ, ਹੱਥਾਂ ਨਾਲ ਵਿਕਟਰੀ ਦੇ ਇਸ਼ਾਰੇ ਕਰ ਕਰਕੇ ਤੇ ਉਸ ਤੋਂ ਬਾਅਦ ਤੁਸੀਂ ਕਹਿਣਾ ਵੀ ਇਹ ਸਕਸੈਸਫੁਲ ਇਕੱਠ ਆ ਤੇ ਜੇ ਵੀ ਜਿੱਦਾਂ ਦਾ ਮੈਂ ਬੇਟਾ ਜੇ ਉਹ ਮੁੱਖ ਮੰਤਰੀ ਦਾ ਕੁਝ ਹੁੰਦਾ, ਇਹ ਸ਼ੋਕ ਪ੍ਰਗਟ ਕਰਨ ਗਏ ਸੀ ਤੁਸੀਂ? ਅਸੀਂ ਤੇ ਤੁਹਾਨੂੰ ਕਹਿੰਦੇ ਨਹੀਂ ਬਾਰ-ਬਾਰ ਵੀ ਬਰਗਾੜੀ ਕਾਂਡ ਦੀ ਗੱਲ ਕਰਦੇ ਨਹੀਂ ਆ। ਕਿਉਂ ਨਹੀਂ ਕਰਦੇ? ਕਿਉਂਕਿ ਸਾਨੂੰ ਪਤਾ ਵਾ ਕਿ ਕਈ ਤਰ੍ਹਾਂ ਦੀਆਂ ਔਪਚਾਰਿਕਤਾਵਾਂ ਹੁੰਦੀਆਂ ਨੇ ਇਨਕੁਆਇਰੀ ਦੇ ਵਿੱਚ, ਉਸ ਸਿਸਟਮ ਨੂੰ ਫੋਲੋ ਕਰਨਾ ਪੈਂਦਾ। ਲੇਕਿਨ ਜਿਸ ਤਰੀਕੇ ਸੇ ਤੁਸੀਂ ਕਹਿ ਰਹੇ ਜੇ ਉੱਥੇ ਉਹਨੂੰ ਵਿੱਚ ਸੁੱਟ ਦੋ, ਉਹਨੂੰ ਅੰਦਰ ਸੁੱਟ ਦੋ, ਕਾਨੂੰਨ ਕੰਮ ਕਰ ਰਹੀ ਆ। ਸਤਿਕਾਰਯੋਗ ਮਾਨਨੀਏ ਸਰਵੋੱਚ ਨਿਆਲੇ ਦਾ ਇੱਕ ਇੱਕ ਅੱਖਰ ਹਰ ਹਿੰਦੁਸਤਾਨੀ ਦੇ ਵਾਸਤੇ ਸਤਿਕਾਰਯੋਗ ਵੀ ਆ ਤੇ ਮੰਨਣ ਵਾਸਤੇ ਵੀ ਆ। ਲੇਕਿਨ ਜੋ ਕਾਂਗਰਸ ਗਵਰਨਮੈਂਟ ਨੇ ਉਸ ਦਿਨ ਜਾ ਕੇ ਕੀਤਾ, ਦੇਖੋ ਇੱਕ ਇੱਥੇ ਗੱਲ ਹੋਰ ਕਲੀਅਰ ਕਰਨਾ ਚਾਹੁੰਦਾ, ਇੱਕ ਹੋਰ ਗੱਲ ਇੱਥੇ ਕਲੀਅਰ ਕਰਨਾ ਚਾਹੁੰਦਾ, ਜਿਹੜੀ ਬਹੁਤ ਜ਼ਰੂਰੀ ਗੱਲ ਆ। ਨਹੀਂ ਇੱਕ ਲਾਈਨ ਸੁਣ ਲਓ ਨਾ, ਇੱਕ ਲਾਈਨ ਸੁਣ ਲਓ। ਜੇ ਉੱਥੇ ਦੂਸਰੀਆਂ ਪਾਰਟੀਆਂ ਦੇ ਨੁਮਾਇੰਦੇ ਇੱਕ ਵਫਦ ਬਣਾ ਕੇ ਗਏ ਆ, ਉਹਦੇ ਵਿੱਚ ਉਹਨਾਂ ਨੇ ਅਫਸੋਸ ਜ਼ਾਹਿਰ ਕੀਤਾ, ਚਾਹੇ ਉਹ ਆਮ ਆਦਮੀ ਪਾਰਟੀ ਦੇ ਗਏ ਹੋਣ, ਚਾਹੇ ਉਹ ਅਕਾਲੀ ਦਲ ਦੇ ਗਏ ਹੋਣ, ਲੇਕਿਨ ਜੋ ਰਾਜਨੀਤਿਕ ਸਿਸਟਮ ਨੂੰ ਕਾਂਗਰਸ ਨੇ ਰਿਪਰੈਜ਼ੈਂਟ ਕੀਤਾ ਉੱਥੇ, ਉਹ ਦੱਸਣ ਦੀ ਲੋੜ ਨਹੀਂ, ਮੂੰਹੋਂ ਕਹਿਣ ਦੀ ਲੋੜ ਨਹੀਂ। ਹੁਣ ਤੇ ਇਹਨਾਂ ਨੂੰ ਇਹ ਵੀ ਨਹੀਂ ਕਹਿਣ ਨੂੰ ਦਿਲ ਕਰਦਾ ਕਿ ਤੁਸੀਂ ਕੀ ਕੀਤਾ, ਤੁਸੀਂ ਆਪਣੇ ਆਪ ਹੀ ਮਹਿਸੂਸ ਕਰੋ ਯਾਰ। ਜੋ ਉੱਥੇ ਨਵਜੋਤ ਸਿੰਘ ਸਿੱਧੂ ਜੀ ਨੇ ਲਫ਼ਜ਼ ਬੋਲੇ ਨੇ ਗੱਡੀ ਦੇ ਖਲੋ ਕੇ, ਜੋ ਉੱਥੇ ਪਬਲਿਸ਼ ਜੋ ਸਾਰੇ ਵਾਇਰਲ ਹੋਏ ਨੇ, ਇਹ ਕੀ ਇਦਾਂ ਦੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਸੀਗੀਆਂ? ਦੇਖੋ ਇਹ ਅਫਸੋਸ ਆ, ਇਹ ਰਾਜਨੀਤਿਕ ਟਰੈਵਲ ਨਹੀਂ ਹੈਗਾ, ਔਰ ਬਹੁਤ ਸਖਤ ਸ਼ਬਦਾਂ 'ਚ ਅਸੀਂ ਨਿੰਦਿਆ ਕਰਦੇ ਆ। ਬਾਕੀ ਤੁਸੀਂ ਕ੍ਰਿਟੀਸਾਈਜ਼ ਕਰਨਾ ਵਾ, ਤੁਹਾਡੇ ਹਰ ਇੱਕ ਕ੍ਰਿਟਿਸਿਜ਼ਮ ਦਾ ਮੈਂ ਵੈਲਕਮ ਕਰਦਾ ਵਾਂ। ਵੈਲਕਮ ਦੇ ਨਾਲ ਨਾਲ ਮੈਂ ਗੁਜ਼ਾਰਿਸ਼ ਕਰਦਾ ਵਾਂ, ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ, ਅਸੀਂ ਕਾਨੂੰਨ ਦੇ ਮੁਤਾਬਕ ਕਾਰਵਾਈ ਕਰਵਾ ਰਹੇ ਹਾਂ। ਔਰ ਜਲਦ ਤੋਂ ਜਲਦ, ਤੁਸੀਂ ਦੇਖੋ ਅੱਜ ਵੀ 2 ਬੰਦੇ ਦੀ ਗ੍ਰਿਫਤਾਰੀ ਹੋਈ ਆ, ਮੰਤਰੀ ਜੀ ਦੇ ਬੇਟੇ ਵੀ ਪੇਸ਼ ਹੋਏ ਨੇ, ਉਹਨਾਂ ਤੋਂ 5 ਘੰਟੇ ਪੁੱਛਤਾਛ ਵੀ ਚੱਲੀ ਆ। ਬਾਕੀ ਅੱਗੇ ਕਾਨੂੰਨ ਇੱਕਦਮ ਜੇ ਫੈਸਲਾ ਦੇ ਸਕਦੀ ਆ, ਤੇ ਪੌਣੇ 5 ਸਾਲ ਹੋ ਗਏ ਨੇ ਕਾਂਗਰਸ ਨੂੰ ਬਰਗਾੜੀ ਕਾਂਡ ਦੇ ਉੱਤੇ ਗੱਲ ਕਰਦਿਆਂ। ਉਹਨਾਂ ਤੋਂ ਵੀ ਪੁੱਛ ਲਓ ਨਾ ਕਿ ਇੰਨਾ ਟਾਈਮ ਕਿਉਂ ਲੱਗਦਾ। ਫਿਰ ਵੀ ਅਸੀਂ ਸਭ ਕੁਝ ਉਹ ਚੀਜ਼ਾਂ ਮੰਨੀਆਂ ਜੋ ਸਾਨੂੰ ਸਾਡੇ ਵਿਰੋਧੀ ਧਿਰ ਨੇ ਕਿਹਾ, ਔਰ ਉਦਾਂ ਹੀ ਚੱਲ ਰਿਹਾ ਕੰਮ, ਉਦਾਂ ਹੀ ਇਨਕੁਆਇਰੀ ਹੋ ਰਹੀ ਹੈ। ਹਾਂਜੀ ਖੜਿਆਲ ਸਾਹਿਬ ਹਾਂਜੀ ਜੀ। ਪਹਿਲੀ ਗੱਲ ਤਾਂ ਮੈਂ ਇਹ ਸਪਸ਼ਟ ਕਰ ਦੇਣਾ ਚਾਹਣਾ ਕਿ ਇਕਬਾਲ ਜੀ, ਮੈਨੂੰ ਲੱਗਦਾ ਤੁਹਾਡੇ ਬੈਕਗ੍ਰਾਉਂਡ 'ਚ ਥੋੜੀ ਆਵਾਜ਼ ਆ ਰਹੀ ਹੈ, ਕਾਈਂਡਲੀ ਜੇ ਮਿਊਟ ਕਰ ਲਓ ਤਾਂ ਕਨਵੀਨੀਅੰਟ ਹੋ ਜਾਊ ਥੋੜਾ। ਇਕਬਾਲ ਜੀ ਮਿਊਟ ਕਰ ਲਓ, ਦੇਖੋ ਮਿਊਟ ਕਰਕੇ। ਹਾਂ ਹਾਂਜੀ ਪਰਫੈਕਟ ਹੈ। ਹਾਂਜੀ ਹੁਣ ਠੀਕ ਹੈ ਜੀ। ਹਾਂਜੀ ਮੈਂ ਜੀ ਪਹਿਲੀ ਗੱਲ ਤਾਂ ਇਹਨਾਂ ਨੂੰ ਦੱਸਦਾ ਕਿ ਇਹ ਕਹਿ ਰਹੇ ਤੁਸੀਂ ਪ੍ਰੋਟੈਸਟ ਕਿਉਂ ਕਰ ਰਹੇ ਹੋ। ਇਹ ਭੁੱਲ ਗਏ ਆ ਵੀ ਡਿਊਟੀ ਤੇ ਰਿਸਪੌਂਸਿਬਿਲਿਟੀ ਹੁੰਦੀ ਹੈ ਆਪੋਜੀਸ਼ਨ ਦੀ ਟੂ ਪ੍ਰੋਟੈਸਟ, ਟੂ ਮਾਊਂਟ ਪ੍ਰੈਸ਼ਰ ਅਪਨ ਦੀ ਗਵਰਨਮੈਂਟ। ਨਹੀਂ, ਸਰਕਾਰ ਨੇ ਕੰਮ ਕਰਨਾ ਨਹੀਂ। ਮੈਂ ਤੁਹਾਨੂੰ ਪਹਿਲਾ ਐਗਜ਼ਾਮਪਲ ਦਿੱਤਾ ਵੀ ਆਪਾਂ ਸਭ ਨੇ ਦੇਖਿਆ ਪੂਰਾ ਦਿਨ, ਇਹ ਵੀ ਨਹੀਂ ਵੀ ਕਦਾ ਕੋਈ ਆਪਣਾ ਸ਼ੋਅ ਹੋਇਆ ਹੋਊਗਾ ਆਰਿਨ ਖਾਨ ਤੇ, ਸਾਰਾ ਮੀਡੀਆ ਉਹਦੇ ਵੱਲ ਫੋਕਸ ਕਰ ਰਿਹਾ ਸੀਗਾ, ਸਾਰੀ ਅਟੈਂਸ਼ਨ ਸਾਰਾ ਫੋਕਸ ਆਰਿਨ ਖਾਨ ਤੇ ਸੀਗਾ। ਜੇ ਮੈਨੂੰ ਤੁਸੀਂ ਆਪ ਦੱਸੋ ਚੇਤਨ ਜੀ, ਜੇ ਰਾਹੁਲ ਗਾਂਧੀ ਜੀ, ਪ੍ਰਿਯੰਕਾ ਗਾਂਧੀ ਜੀ
ਆਪਣੇ ਜਿੰਨੇ ਹੋਰ ਆਪੋਜੀਸ਼ਨ ਦੇ ਕੱਲੀ ਕਾਂਗਰਸ ਪਾਰਟੀ ਨਹੀਂ ਜਿੰਨੀ ਪਾਰਟੀਆਂ ਦੇ ਲੀਡਰਸ ਗਏ ਆ, ਜੇ ਉਹ ਨਾ ਜਾਂਦੇ ਕੀ ਮੁੱਦਾ ਹਾਈਲਾਈਟ ਹੁੰਦਾ? ਨਹੀਂ ਹੁੰਦਾ। ਮੈਂ ਜਵਾਬ ਦਵਾਂ? ਬੈਕ ਮੈਂ ਇਨ ਜਵਾਬ ਦ ਡੇ ਦਵਾਂ? ਅੱਛਾ, ਮੇਰੀ ਗੱਲ ਤੁਸੀਂ ਮੈਨੂੰ ਪੁੱਛ ਰਹੇ ਸੀ, ਮੈਂ ਤਾਂ ਤੁਹਾਨੂੰ ਪੁੱਛਿਆ, ਜਵਾਬ ਦਵਾਂ? ਜਦੋਂ ਟਾਈਮ ਉਦੋਂ ਜਵਾਬ ਦੇ ਲਿਓ। ਤੁਸੀਂ ਨੋਟ ਹੁਣ ਮੈਂ ਸਵਾਲ ਪੁੱਛਣਾ। ਦੇਖੋ ਦੂਜੀ ਗੱਲ ਇਹ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਦੇਖੋ ਇਹ ਚ ਨਿਆਂ ਹੋ ਰਿਹਾ ਹੈ, ਇਹਦੀ ਪ੍ਰੋਸੈਸ ਚੱਲ ਰਹੀ ਹੈ। ਇੱਕ ਮਰਡਰ ਅਕਿਊਜ਼ਡ ਹੈ ਬੰਦਾ, ਮਰਡਰ ਦਾ ਉਹਦਾ ਪਰਚੇ ਚ ਨਾਮ ਹੈ, ਇੱਕ ਕਲੀਅਰ ਕੱਟ ਵੀਡੀਓ ਹੈ, ਐਵੇਂ ਨਹੀਂ ਕਿ ਬਲਰਡ ਵੀਡੀਓ ਹੈ, ਧੁੰਦਲੀ ਹੈ, ਕਲੀਅਰ ਵੀਡੀਓ ਹੈ ਜਿਹ ਚ ਦਿਖਾ ਰਹੀ ਹੈ, ਆਪਣਾ ਡਿਪਿਕਟ ਹੋ ਰਿਹਾ ਹੈ ਕਿ ਇੱਕ ਫੋਰਚੂਨਰ, ਇੱਕ ਥਾਰ, ਇੱਕ ਮਗਰ ਕੌਨਵੋਏ ਐ ਜਾ ਰਿਹਾ ਦਗੜ ਦਾ, ਲੋਕਾਂ ਨੂੰ ਥੱਲੇ ਮਧੋਲਦਾ ਮਾਰਦਾ, ਰੋਕਿਆ ਨਹੀਂ ਉਹਨਾਂ ਨੇ, ਸਪੀਡ ਨਹੀਂ ਘੱਟ ਕੀਤੀ। ਅੱਛਾ ਇੱਕ ਹੋਰ ਦੱਸਦਾ, ਜਦੋਂ ਥਾਰ ਚੋਂ ਲੋਕ ਉਤਰੇ ਆ, ਕਿਸਾਨ ਇੱਕ ਟਾਇਰ ਦੇ ਥੱਲੇ ਸੀਗਾ, ਉਹ ਵਿਚਾਰਾ ਸਫਰ ਕਰ ਰਿਹਾ ਸੀ, ਟੌਰਮੈਂਟ ਹੋ ਰਿਹਾ ਸੀਗਾ, ਇਹਨਾਂ ਨੇ ਗੱਡੀ ਗਾਂਹ ਸ਼ਾਮ ਨਹੀਂ ਕੀਤੀ, ਉਹਨੂੰ ਥੱਲੇ ਦੜਾ ਰਿਹਾ, ਉਦੋਂ ਬਾਅਦ ਇਹ ਭੱਜੇ ਆ ਉਤੋਂ ਬਾਅਦ। ਤੇ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਹੈ ਕਿ ਮਰਡਰ ਅਕਿਊਜ਼ ਦੀ ਤੁਸੀਂ ਗੱਲ ਕਰਦੇ ਹੋ ਕਿ ਅਸੀਂ ਉਹਨੂੰ ਅੱਜ ਬਿਠਾ ਕੇ 5 ਘੰਟੇ ਪੁੱਛਤਾਛ ਕੀਤੀ, ਸੁਪਰੀਮ ਕੋਰਟ ਨੇ ਤੁਹਾਨੂੰ ਕਿਉਂ ਝੜਕਿਆ? ਸੁਪਰੀਮ ਕੋਰਟ ਗਲਤ ਹੈ? ਸੁਪਰੀਮ ਕੋਰਟ ਨੇ ਯੂਪੀ ਗਵਰਨਮੈਂਟ ਨੂੰ ਰੈਪਰੀਮਾਂਡ ਕਿਉਂ ਕੀਤਾ ਵੀ ਤੁਸੀਂ ਇਨਐਕਸ਼ਨ ਕੀਤਾ, ਤੁਸੀਂ ਐਕਸ਼ਨ ਨਹੀਂ ਲਿਆ, ਤੁਸੀਂ ਜਿਹੜੀ ਚੀਜ਼ ਕਰਨੀ ਚਾਹੀਦੀ ਸੀ ਨਹੀਂ ਕੀਤੀ, ਤੁਸੀਂ ਆਪਦਾ ਮੂੰਹ ਫੇਰਿਆ ਪ੍ਰੋਬਲਮ ਤੋਂ। ਤੁਸੀਂ ਮੇਕ ਸ਼ੋਰ ਕਰਨਾ ਸੀਗਾ ਕਿ ਮੌਕੇ ਤੇ ਅਰੈਸਟ ਹੁੰਦਾ, ਮੌਕੇ ਤੇ ਪੇਸ਼ ਹੁੰਦਾ ਤੇ ਆਪਣਾ ਕਾਰਵਾਈ ਹੁੰਦੀ ਉਹਦੇ ਖਿਲਾਫ। ਇਟ ਵਾਜ਼ਨਟ ਡਨ। ਦੂਜੀ ਚੀਜ਼, ਤੁਸੀਂ ਕਹਿੰਦੇ ਹੋ ਪ੍ਰੋਟੈਸਟ ਕਰਨਾ ਚੰਗੀ ਗੱਲ ਨਹੀਂ, ਤੁਸੀਂ ਚੱਕੇ ਜਾਮ ਨਹੀਂ ਕਰਦੇ ਸੀਗੇ ਪਹਿਲਾਂ ਜਦੋਂ ਆਪੋਜੀਸ਼ਨ ਹੁੰਦੇ ਸੀਗੇ? ਸਮ੍ਰਿਤੀ ਇਰਾਨੀ ਜੀ ਸਿਲੰਡਰ ਲੈ ਕੇ ਸੜਕ ਤੇ ਨਹੀਂ ਬਹਿੰਦੇ ਸੀਗੇ ਜਦੋਂ ਮੁੱਦਾ ਹੁੰਦਾ ਸੀਗਾ? ਪ੍ਰੋਟੈਸਟ ਕਰਨਾ ਪੀਸਫੁਲੀ, ਇਟਸ ਅ ਰਾਈਟ, ਇਟਸ ਅ ਮੈਟਰ ਆਫ ਰਾਈਟ ਹੈ। ਦੂਜੀ ਗੱਲ ਮੈਂ ਇਹਨਾਂ ਨੂੰ ਦੱਸਦਾ, ਇਹਨਾਂ ਨੇ ਪ੍ਰਿਯੰਕਾ ਗਾਂਧੀ ਜੀ ਤੇ ਆਪਣਾ ਪਰਚਾ ਵੀ ਦੇਤਾ, ਅਰੈਸਟ ਵੀ ਕਰ ਲਿਆ। ਪਹਿਲਾਂ ਤਾਂ ਡਿਟੇਨ ਕੀਤਾ ਉਹਨਾਂ ਨੂੰ ਅੰਡਰ 157 ਸੀ ਆਪਣਾ ਸੀਆਰਪੀਸੀ। ਮੈਂ ਪੁੱਛਣਾ ਚਾਹਣਾ ਇੱਕ ਪਰਿਵਾਰ ਨੂੰ ਮਿਲ ਕੇ, ਕਿਉਂਕਿ ਤੁਸੀਂ ਦੁੱਖ ਵੀ ਸਾਂਝਾ ਕਰ ਰਹੇ, ਕੋਸ਼ਿਸ਼ ਕਰ ਰਹੇ ਸੀਗੇ, ਇੱਕ ਪਰਿਵਾਰ ਨੂੰ ਮਿਲ ਕੇ ਜਿਨ੍ਹਾਂ ਦਾ ਮੁੰਡਾ ਮਰਿਆ, ਕੀ ਹੋ ਜਾਊਗਾ? ਕਿਹੜਾ ਕ੍ਰਾਈਮ ਕਮਿਟ ਹੋ ਜਾਊਗਾ? ਕਿਹੜਾ ਉਹਨਾਂ ਨੇ ਆਪਣਾ ਪਾਪ ਕਰ ਦੇਣਾ ਸੀਗਾ ਜਿਹੜਾ ਡਿਟੇਨ ਕਰ ਲਿਆ ਉਹਨਾਂ ਨੂੰ? ਫਿਰ 107 ਦਾ ਪਰਚਾ ਦੇਤਾ ਵੀ ਅਬੈਟ ਕਰ ਦੇਣਗੇ, ਵੀ ਕੋਈ ਚੀਜ਼, ਕੋਈ ਮਾੜੀ ਚੀਜ਼ ਅਬੈਟ ਕਰ ਦੇਣਗੇ, ਉਹ ਚ ਯੋਗਦਾਨ ਪਾ ਦੇਣਗੇ। ਕਿਸੇ ਦੇ ਹੰਝੂ ਪੂੰਝ ਕੇ ਕਿਹੜੀ ਚੀਜ਼ ਅਬੈਟ ਹੁੰਦੀ ਹੈ, ਕਿਹੜਾ ਕ੍ਰਾਈਮ ਹੁੰਦਾ, ਮੈਂ ਜਾਣਨਾ ਚਾਹਣਾ। ਦੂਜਾ, ਇੱਕ ਚੀਜ਼ ਬਹੁਤ ਕਲੀਅਰ ਹੈ, ਬੀਜੇਪੀ ਨੇ ਦੇਖੋ ਹਰੇਕ ਲੀਡਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਦੇ ਮਤਲਬ ਇਹ ਚੀਜ਼ ਇਟ ਗੋਜ਼ ਔਨ ਟੂ ਸੁਜੈਸਟ ਦ ਫੈਕਟ ਕਿ ਬੀਜੇਪੀ ਕੁਝ ਲੁਕਾਉਣ ਦੀ, ਕੁਝ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਦੇयर इज नो डाउट ਅਬਾਊਟ ਦੈਟ। ਨਾਲੇ ਇੰਨੇ ਇਹ ਆਪਣਾ ਚੰਗੇ ਨੇ ਤੇ ਮਿਸ਼ਰਾ ਸਾਹਿਬ ਨੇ ਜਦੋਂ ਐ ਥੰਬਸ ਡਾਊਨ ਕੀਤਾ, ਪ੍ਰੋਵੋਕ ਕਰਨ ਦੀ ਕੋਸ਼ਿਸ਼ ਕੀਤੀ ਫਾਰਮਰਸ ਨੂੰ, ਉਹਨਾਂ ਖਿਲਾਫ ਐਕਸ਼ਨ ਇਨਕੁਆਇਰੀ ਖੋਲਣੀ ਚਾਹੀਦੀ ਸੀ। ਵਰੁਣ ਗਾਂਧੀ ਨੇ ਤੇ ਮੇਨਕਾ ਗਾਂਧੀ ਜੀ ਨੇ ਇਹ ਮੁੱਦਾ ਉਠਾਇਆ, ਚੱਕਿਆ, ਮੇਨਕਾ ਜੀ ਨੇ ਤੇ ਵਰੁਣ ਗਾਂਧੀ ਨੇ ਉਹਨਾਂ ਨੂੰ ਨੈਸ਼ਨਲ ਐਗਜ਼ੀਕਿਊਟਿਵ ਲਿਸਟ ਚੋਂ ਕੱਢ ਬਾਹਰ ਮਾਰਿਆ। ਉਹਨਾਂ ਨੇ ਸਿਰਫ ਕੀ ਕੀਤਾ ਸੀਗਾ, ਵੀਡੀਓ ਅਪਲੋਡ ਕੀਤੀ ਜਿਹੜੀ ਆਪਾਂ ਸਭ ਨੇ ਦੇਖੀ ਹੈ, ਜੀ ਕਿਸਾਨਾਂ ਨੂੰ ਥੱਲੇ ਦੇ ਕੇ ਮਾਰਿਆ ਜਾਂਦਾ ਹੈ, ਉਹਦੇ ਕਰਕੇ ਉਹਨਾਂ ਨੂੰ ਐਗਜ਼ੀਕਿਊਟਿਵ ਲਿਸਟ ਚੋਂ ਬਾਹਰ ਕੱਢਤਾ। ਇੱਥੋਂ ਪਤਾ ਲੱਗਦਾ ਕਿ ਬੀਜੇਪੀ ਦੇ ਵਿੱਚ ਜ਼ੀਰੋ ਟੋਲਰੈਂਸ ਹੈ, ਡਿਸੈਂਟ, ਡਿਫਰੈਂਸ ਇਨ ਓਪੀਨੀਅਨ ਖਤਮ ਹੈ। ਲੀਡਰਸ ਆਪਣੀ ਮਨ ਦੀ ਗੱਲ ਰੋਸ ਪ੍ਰਗਟ ਵੀ ਨਹੀਂ ਕਰ ਸਕਦੇ, ਦੁੱਖ ਵੀ ਨਹੀਂ ਸਾਂਝਾ ਕਰ ਸਕਦੇ, ਸੱਚ ਨਹੀਂ ਬੋਲ ਸਕਦੇ, ਨਹੀਂ ਤਾਂ ਤੁਹਾਨੂੰ ਕੱਢ ਦਿੱਤਾ ਜਾਊਗਾ। ਨਾਲੇ ਮੈਂ ਇਹ ਜਾਨਣਾ ਚਾਹਣਾ ਇਹਨਾਂ ਤੋਂ ਕਿ ਇਹਨਾਂ ਨੇ ਸਿੱਟ ਦੀ ਗੱਲ ਕੀਤੀ ਦੋ ਤਿੰਨ ਪਾਰਟੀਆਂ ਨੇ। ਪਹਿਲੀ ਗੱਲ ਤਾਂ ਕਾਈਂਡਲੀ ਇਹ ਚੀਜ਼ ਜਾਣ ਲਓ, ਥੋੜੀ ਬੈਕਗ੍ਰਾਉਂਡ ਨੋਇਜ਼ ਆ ਰਹੀ, ਕਾਈਂਡਲੀ ਮਿਊਟ ਕਰ ਲਓ। ਹਾਂਜੀ ਤੁਸੀਂ ਕਰ ਲਓ ਕੰਟੀਨਿਊ, ਕੁਝ ਨਾ ਟੈਕਨੀਕਲ ਲੱਗ ਰਿਹਾ ਕਿਸੇ ਨਾ ਉਹਦੇ ਕਨੈਕਸ਼ਨ ਚ ਹੈ ਸ਼ਾਇਦ, ਤੁਸੀਂ ਕਰ ਲਓ ਕੰਟੀਨਿਊ। ਦੇਖੋ ਮੈਂ ਸਿਰਫ ਇੰਨੀ ਗੱਲ ਕਰਨੇ ਚਾਹਣਾ ਹੈ ਕਿ ਬੈਕ ਇਨ ਦ ਡੇ ਇਹਨਾਂ ਨੇ ਸਿੱਟ ਦੀ ਗੱਲ ਕੀਤੀ, 4 ਸਿਟਸ ਜਿਹੜੀਆਂ ਸੀਗੀਆਂ ਚਾਰੇ ਕੇਸਾਂ ਚ ਫੰਕਸ਼ਨਲ ਸੀ, ਉਹਨਾਂ ਨੇ ਟਾਈਮ ਤੇ ਚਲਾਨ ਪੇਸ਼ ਕੀਤਾ, ਇਨ ਟਾਈਮ ਸਭ ਕੁਝ ਹੋਇਆ, ਹਾਈ ਕੋਰਟ ਨੇ ਆਰਡਰ ਕਰਕੇ ਸਿੱਟ ਨੂੰ ਕੁਐਸ਼ ਕਰਤਾ। ਉਹਦੇ ਵਿੱਚ ਪੰਜਾਬ ਸਰਕਾਰ ਦਾ ਤਾਂ ਨਾ ਕੋਈ ਰੋਲ ਸੀਗਾ, ਨਾ ਉਹਦੇ ਵਿੱਚ ਕੋਈ ਯੋਗਦਾਨ ਸੀ। ਅਸੀਂ ਆਪਦੀ ਵੀ ਡਿਡ ਆਰ ਜੌਬ, ਇਟ ਵਾਸ ਦ ਹਾਈ ਕੋਰਟ ਜਿਸਨੇ ਸਿੱਟ ਨੂੰ ਕੁਐਸ਼ ਕਰਤਾ। ਡਿਸਪਾਈਟ ਦੈਟ ਅਸੀਂ ਸੁਪਰੀਮ ਕੋਰਟ ਗਏ ਵਾਇਆ ਸਪੈਸ਼ਲ ਪਟੀਸ਼ਨ, ਇਸ ਚੀਜ਼ ਨੂੰ ਚੈਲੰਜ ਕੀਤਾ। ਨਾਲੇ ਜਦੋਂ ਚੈਲੰਜ ਵੀ ਕਰ ਰਹੇ ਸੀ ਕਿ ਦੂਜੀ ਸਿੱਟ ਜਲਦੀ ਬਣਾਈ, ਉਹਨਾਂ ਨੂੰ ਕਿਹਾ ਵੀ ਇਨ ਟਾਈਮ ਤੁਸੀਂ ਚਲਾਨ ਪੇਸ਼ ਕਰਨਾ ਤੇ ਇਹਦੇ ਵਿੱਚ ਇਨਸਾਫ ਕਰਨਾ। ਅਜੇ ਕਹਿ ਰਹੇ ਕਿ ਜਸਟਿਸ ਨਹੀਂ ਹੋਇਆ। ਨਾਲੇ ਮੈਂ ਤੁਹਾਨੂੰ ਦੱਸਦਾ, ਇਹ ਆਪਣਾ ਕੁਝ ਪਾਰਟੀਆਂ 1984 ਦੀ ਗੱਲ ਕਰਦੀ ਹੈ, ਮੈਂ ਉਹ 60s ਕਹਿ ਦਿੰਦਾ। ਤੁਸੀਂ ਸਮ ਅਪ ਕਰ ਲਓ, ਆਪਣੇ ਕੋਲ 3 ਮਿੰਟ ਹੋਰ ਹੈ ਜੀ, ਸਮ ਅਪ ਕਰ ਲਓ ਫਟਾਫਟ, ਹੈ ਨਾ, 30 ਸੈਕਿੰਡ ਸਮ ਅਪ ਕਰ। ਬਸ ਮੈਂ ਸਮ ਅਪ ਕਰ ਦਿੰਦਾ ਜੀ। ਇਹਨਾਂ ਨੇ ਆਪਣਾ 1984 ਦੀ ਵੀ ਗੱਲ ਕੀਤੀ ਹੈ, ਬਹੁਤ ਲੋਕਾਂ ਨੇ ਬੈਕ ਇਨ ਦ ਡੇ ਵੀ ਕੀਤੀ ਹੈ ਤੇ ਅੱਜ ਵੀ ਕੀਤੀ ਹੈ ਕੁਝ ਡਿਬੇਟਸ। ਮੈਂ ਦੱਸ ਦੇਣਾ ਚਾਹਣਾ ਕਿ ਰਾਹੁਲ ਗਾਂਧੀ ਜੀ ਨੇ ਪਾਰਲੀਮੈਂਟ ਦੇ ਵਿੱਚ ਮਾਫੀ ਮੰਗੀ ਸੀ, ਦਰਬਾਰ ਸਾਹਿਬ ਮਾਫੀ ਮੰਗੀ ਸੀ, ਤੇ ਇਟ ਟੇਕਸ ਅ ਬਿਗਰ ਪਰਸਨ, ਇੱਕ ਬੰਦਾ ਜਿਹੜਾ ਐਡਮਿਟ ਕਰਦਾ, ਇਟਸ ਰਿਸਪੌਂਸਿਬਲ ਆਫ ਹਿਮ, ਇਟਸ ਇਟ ਸ਼ੋਕੇਸਸ ਕਿ ਉਹ ਕੰਸਰਨਡ ਐਡਮਿਟ ਕਰ ਰਿਹਾ। ਨਾਲੇ ਇਟ ਵਾਸ ਅ ਡਿਫਰੈਂਟ ਬੈਚ ਆਫ ਲੀਡਰਸ। ਤੁਸੀਂ ਇਹ ਦੱਸੋ ਕਿ ਕੇਜਰੀਵਾਲ ਸਾਹਿਬ ਨੇ ਉੱਥੇ ਜਦੋਂ ਫੋਨ ਤੇ ਗੱਲ ਕਰ ਰਹੇ ਸੀਗੇ, ਉਹਨਾਂ ਨੇ ਰਾਘਵ ਚੱਡਾ ਜੀ ਨੂੰ ਕਿਉਂ ਕਿਹਾ ਵੀ ਜਿਹੜੇ ਤੁਹਾਡੇ ਲੀਡਰ ਸੀਗੇ ਵੀ ਸਰ ਲਾਊਡ ਸਪੀਕਰ ਔਨ ਕਰੋ ਨਹੀਂ ਤਾਂ ਆਵਾਜ਼ ਨਹੀਂ ਆਉਣੀ?
ਤੁਸੀਂ ਸਾਡੇ ਲੀਡਰਸ ਦੀ ਗੱਲ ਇਕਬਾਲ ਜੀ, ਕਰਦੇ ਹੋ। mute ਕਰ ਲਓ। ਨਾਲੇ ਇਕਬਾਲ ਜੀ ਇਕਬਾਲ ਲਾਸਟ ਜੀ, ਕੰਕਲੂਡ ਕਰ ਰਿਹਾ ਮੈਂ ਇਕਬਾਲ ਜੀ mute ਕਹਿ ਰਹੇ ਕਰਿਆ ਸੀਗੇ ਵੀ ਤੁਸੀਂ ਉੱਥੇ ਜਾ ਕੇ ਹੁਣ ਠੀਕ ਹੋਇਆ, ਹੁਣ ਠੀਕ ਆਪਣਾ ਹੋਇਆ। ਕਿਉਂ ਇਹ ਚੀਜ਼ ਕੀਤੀ, ਕੰਕਲੂਡ ਕਰ ਰਿਹਾ। ਮੈਂ ਇਕਬਾਲ ਜੀ ਨੂੰ ਪੁੱਛਣਾ ਚਾਹਣਾ, ਤੁਸੀਂ ਰਾਘਵ ਚੱਡਾ ਨੂੰ ਕਿਉਂ ਭੇਜਿਆ, ਆਪਦੇ ਲੀਡਰ ਆਫ ਆਪੋਜੀਸ਼ਨ ਨੂੰ ਕਿਉਂ ਭੇਜਿਆ? ਦੱਸੋ ਉਹਨਾਂ ਨੂੰ ਕਿਉਂ ਭੇਜਣ ਦੀ ਲੋੜ ਸੀ? ਜੇ ਆਪਣਾ ਮਸਲਾ ਹੀ ਨਹੀਂ ਇੰਪੋਰਟੈਂਟ ਸੀਗਾ, ਜੇ ਕਾਨੂੰਨੀ ਵਿਵਸਥਾ ਹੀ ਨਹੀਂ ਵਧੀਆ। ਨਾਲੇ ਮੈਂ ਧਾਰਨੀ ਸਾਹਿਬ ਨੂੰ ਪੁੱਛਣਾ ਚਾਹਣਾ ਇਹ ਚੀਜ਼ ਕਿ ਅਕਾਲੀ ਦਲ ਦਾ ਇੱਕ ਯੋਗਦਾਨ ਰਿਹਾ ਕ੍ਰਿਸ਼ੀ ਕਾਨੂੰਨਾਂ 'ਚ, ਜਿਹਦੇ ਕਰਕੇ ਕਿਸਾਨ ਸੱਚਮੁੱਚ ਸ਼ਹੀਦ ਹੋ ਗਿਆ। 10 ਮਹੀਨੇ ਹੋ ਗਏ ਪ੍ਰੋਟੈਸਟ ਕਰਦਿਆਂ ਨੂੰ। ਜੇ ਕ੍ਰਿਸ਼ੀ ਕਾਨੂੰਨ ਆਉਂਦੇ ਨਾ, ਆਹ ਦਿਨ ਆਪਾਂ ਨੂੰ ਦੇਖਣਾ ਨਾ ਪੈਂਦਾ ਜਿੱਥੇ 8 ਕਿਸਾਨ ਫੇਰ ਮਰੇ ਆ, 700 ਕਿਸਾਨ ਸ਼ਹੀਦ ਹੋਇਆ ਤੇ ਇੰਨਾ ਕੁਝ ਹੋ ਗਿਆ। ਜੇ ਅਕਾਲੀ ਦਲ ਕੰਟਰੈਕਟ ਫਾਰਮਿੰਗ ਐਕਟ ਨਾਲ ਆਉਂਦਾ, ਕ੍ਰਿਸ਼ੀ ਕਾਨੂੰਨਾਂ ਨੂੰ ਸਪੋਰਟ ਨਾ ਕਰਦਾ, ਸ਼ਾਇਦ ਇਹ ਹੁੰਦਾ ਹੀ ਨਾ। ਠੀਕ ਹੈ ਧਾਰਨੀ ਸਾਹਿਬ, ਲਾਸਟ ਕਮੈਂਟ ਜੀ ਧਾਰਨੀ ਸਾਹਿਬ, 30 ਸੈਕਿੰਡ। ਧਾਰਨੀ ਸਾਹਿਬ ਧਾਰਨੀ ਸਾਹਿਬ ਆ ਰਹੀ ਹੈ ਜੀ ਆਵਾਜ਼? ਹਾਂਜੀ, ਮੈਂ ਕਿਹਾ ਮੈਨੂੰ ਤੁਸੀਂ 30 ਸਕਿੰਟ ਵਾਲੀ ਗੱਲ ਕਰ ਰਹੇ ਹੈਗੇ ਆ। ਮੈਂ ਖੜਿਆਲ ਸਾਹਿਬ ਨੇ ਟਾਈਮ ਰਹਿ ਗਿਆ, ਟਾਈਮ ਨਾ ਹੁਣ ਰਹਿ ਨਹੀਂ ਗਿਆ, ਉਸ ਥੋੜਾ ਜਿਹਾ ਕੁਝ ਹੈ ਸ਼ਾਰਟੇਜ ਹੈ ਟਾਈਮ ਦੀ, ਮੈਂ ਤਾਂ ਕਿਹਾ ਤੁਸੀਂ ਕਰ ਲਓ ਗੱਲ। ਚਲੋ ਮੈਂ ਤਾਂ ਇੱਕੋ ਗੱਲ ਕਰੂੰਗਾ ਜੀ ਕਿ ਜੋ ਉੱਥੇ ਹੋਇਆ ਬਹੁਤ ਮਾੜਾ ਹੋਇਆ ਹੈਗਾ। ਜੇ ਸੁਪਰੀਮ ਕੋਰਟ ਇਹਦੇ ਉੱਤੇ ਸੰਗਿਆਨ ਨਾ ਲੈਂਦੀ ਤਾਂ ਮੈਨੂੰ ਨਹੀਂ ਲੱਗਦਾ ਕੁਝ ਹੋਣਾ ਸੀ, ਕਿਉਂਕਿ ਟਾਈਮ ਦੇ ਨਾਲ ਨਾਲ ਜਿਹੜਾ ਹੈਗਾ ਇਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਐਵੀਡੈਂਸ ਨੂੰ ਜਿਹੜਾ ਹੈਗਾ ਖਤਮ ਕਰਨਾ ਚਾਹੁੰਦੇ ਹੈਗੇ ਆ। ਔਰ ਨਵੀਂ ਐਵੀਡੈਂਸ ਜਿਹੜੀ ਹੈਗੀ ਆ ਪ੍ਰੋਕਿਉਰ ਕਰਕੇ, ਜਿਵੇਂ ਇਹਨਾਂ ਨੇ ਕਹਿਣਾ ਸ਼ੁਰੂ ਕਰਤਾ ਕਿ ਜੀ ਉਹ ਫਲਾਣੇ ਦੰਗਲ ਦੇ ਵਿੱਚ ਸੀ, ਫਲਾਣੀ ਥਾਂ ਤੇ ਸੀ, ਟਿਮਕੀ ਥਾਂ ਸੀ। ਇਹ ਜਦ ਟਾਈਮ ਪੈਸੇਜ ਆਫ ਟਾਈਮ ਹੁੰਦਾ ਨਾ, ਉਹਦੇ ਨਾਲ ਇਹ ਹੁੰਦਾ ਕਿ ਹਮੇਸ਼ਾ ਐਵੀਡੈਂਸ ਜਿਹੜੀ ਹੈਗੀ ਆ ਉਹ ਡਿਸਟੋਰਟ ਹੁੰਦੀ ਹੈਗੀ ਆ, ਔਰ ਇਹ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਮੈਂ ਇੱਕੋ ਗੱਲ ਕਹਿਣਾ ਕਿ ਜੇ ਸੁਪਰੀਮ ਕੋਰਟ ਨਾ ਹੁੰਦੀ, ਜੇ ਸੁਪਰੀਮ ਕੋਰਟ ਹਾਲੇ ਵੀ ਮੈਨੂੰ ਤਸੱਲੀ ਨਹੀਂ ਹੈਗੀ। ਦੇਖੋ ਸੁਪਰੀਮ ਕੋਰਟ ਜਿਹੜੀ ਹੈਗੀ ਆ, ਕੋਈ ਵੀ ਕੋਰਟ ਹੈਗੀ ਆ, ਉਹਦੀਆਂ ਤਾਂ ਅੱਖਾਂ ਦੇ ਉੱਤੇ ਪੱਟੀ ਬੰਨੀ ਵੀ ਹੈਗੀ ਆ। ਇਨਵੈਸਟੀਗੇਟਿੰਗ ਏਜੰਸੀਜ਼ ਕੌਣ ਹੈਗੀਆਂ? ਉਹ ਪੁਲਿਸ ਹੈਗੀ ਆ। ਉਹ ਪੁਲਿਸ ਨੇ ਦੇਖਣਾ ਹੈਗਾ ਕਿ ਉਹਨਾਂ ਨੇ ਚਲਾਨ ਕਿਸ ਤਰੀਕੇ ਦੇ ਨਾਲ ਪੇਸ਼ ਕਰਨਾ। ਉਹ ਚਲਾਨ ਜਿਹੜਾ ਹੈਗਾ ਉਹਦੇ ਵਿੱਚ ਬਾਅਦ ਦੇ ਵਿੱਚ ਜੇ ਗਵਾਹ ਮੁਕਰਾਉਣੇ ਹੈਗੇ ਆ, ਜੇ ਗਵਾਹਾਂ ਨੂੰ ਖਰੀਦਣਾ ਹੈਗਾ, ਜੇ ਹੋਰ ਕੋਈ ਗੱਲ ਕਰਨੀ ਹੈਗੀ ਆ, ਉਹ ਵੀ ਸਾਰਾ ਇਨਵੈਸਟੀਗੇਟਿੰਗ ਏਜੰਸੀਜ਼ ਦੇ ਹੱਥ ਦੇ ਵਿੱਚ ਹੁੰਦਾ ਹੈਗਾ। ਸੋ ਮੈਂ ਇਹ ਸਮਝਦਾ ਹੈਗਾ ਕਿ ਅੱਜ ਦੇਸ਼ ਦੀ ਵਿਡੰਬਨਾ ਬਣੀ ਵੀ ਹੈਗੀ ਆ ਕਿ ਕਿਤੇ ਨਾ ਕਿਤੇ ਸੁਪਰੀਮ ਕੋਰਟ ਵੀ ਜਿਹੜੀ ਹੈਗੀ ਆ ਬੇਬਸ ਹੋ ਗਈ ਹੈ। ਠੀਕ ਹੈ ਧਾਰਨੀ ਸਾਹਿਬ। ਇਕਬਾਲ ਜੀ ਲਾਸਟ ਕਮੈਂਟ ਤੁਹਾਡਾ, 30 ਸੈਕਿੰਡ। ਇਕਬਾਲ ਜੀ। ਹਾਂ ਭਾਰਦਵਾਜ ਜੀ, ਮੈਂ ਉਹੀ ਗੱਲ ਕਰਦਾ, ਖੜਿਆਲ ਸਾਹਿਬ ਜਿਹੜੇ ਆ ਨਾ ਗੱਲਾਂ ਕਰਦੇ, ਬਿਲਕੁਲ ਪਿਓਰ ਰਾਜਨੀਤਿਕ ਗੱਲਾਂ ਕਰਦੇ ਵੀ ਕਾਂਗਰਸ ਜੇ ਪ੍ਰਿੰਕਾ ਗਾਂਧੀ ਨਾ ਜਾਂਦੀ ਆ ਇਹ ਕਾਰਵਾਈ ਨਹੀਂ ਸੀ ਹੋਣੀ। ਮੈਂ ਇਹਨਾਂ ਨੂੰ ਇਹ ਦੱਸਣਾ ਚਾਹੁੰਦਾ, ਇਸ ਟਾਈਮ ਕਿਸਾਨ ਅੰਦੋਲਨ ਚੱਲ ਰਿਹਾ, ਤੁਹਾਨੂੰ ਯਾਦ ਹੈ ਕਿ ਨਹੀਂ? ਟਕੈਤ ਸਾਹਿਬ ਗਏ ਆ, ਉਹਨਾਂ ਦੇ ਪ੍ਰੈਸ਼ਰ ਥੱਲੇ ਉੱਥੇ ਸਮਝੌਤਾ ਹੋਇਆ ਤਾਂ ਉਹ ਲਾਸ਼ਾਂ ਦਾ ਸੰਸਕਾਰ ਹੋਇਆ ਤੇ 8 ਦਿਨ 'ਚ ਉਹਨਾਂ ਨੇ ਕਾਰਵਾਈ ਦੀ ਪਹਿਲਾਂ ਹੀ ਗੱਲ ਮੁੱਕ ਗਈ ਸੀ। ਇਸ ਕਰਕੇ ਕ੍ਰੈਡਿਟ ਨਾ ਕਾਂਗਰਸ ਲਵੇ, ਨਾ ਆਮ ਆਦਮੀ, ਅਸੀਂ ਆਪ ਪਾਰਟੀ ਵਾਲੇ ਲੈਣੇ, ਨਾ ਹੋਰ 1 2 3 ਕੋਈ ਵੀ ਕਿਸੇ ਰਾਜਨੀਤਿਕ ਦਲ ਨੂੰ ਕ੍ਰੈਡਿਟ ਨਹੀਂ ਜਾਂਦਾ ਹੈ। ਜੇ ਕ੍ਰੈਡਿਟ ਜਾਂਦਾ ਤਾਂ ਕਿਸਾਨਾਂ ਨੂੰ ਜਾਂਦਾ ਹੈ। ਅਸੀਂ ਕਿਸਾਨਾਂ ਨੂੰ ਸਲੂਟ ਕਰਦੇ ਹਾਂ, ਅਸੀਂ ਸਿਰਫ ਡੈਲੀਗੇਸ਼ਨ ਭੇਜਿਆ ਉਹਨਾਂ ਦੀ ਸਿੰਪਥੀ ਵਾਸਤੇ। ਇਸ ਕਰਕੇ ਅਸੀਂ ਰਾਜਨੀਤਿਕ ਰੋਟੀਆਂ ਸੇਕਣ ਵਾਸਤੇ ਨਹੀਂ ਉੱਥੇ ਭੇਜਿਆ ਵੀ ਉੱਥੇ ਜਾ ਕੇ ਉਹ ਡਰਾਮਾ ਕ੍ਰੀਏਟ ਕਰੋ। ਇਹ ਕਿਸਾਨਾਂ ਦੇ ਦਬਾਅ 'ਚ ਸਾਰੀ ਕਾਰਵਾਈ ਹੋ ਰਹੀ ਹੈ ਜੀ, ਕਿਸੇ ਰਾਜਨੀਤਿਕ ਦਲ ਨੂੰ ਕੋਈ ਕ੍ਰੈਡਿਟ ਨਹੀਂ ਜਾਂਦਾ। ਮੈਂ ਬੜੇ ਦਾਅਵੇ ਨਾਲ ਕਹਿੰਦਾ। ਇਕਬਾਲ ਜੀ ਠੀਕ ਹੈ। ਇਕਬਾਲ ਜੀ। ਚੇਤਨ ਜੀ ਲਾਸਟ ਕਮੈਂਟ ਤੁਹਾਡਾ, ਵਾਈਂਡਿੰਗ ਕਮੈਂਟ 30 ਸੈਕਿੰਡ। ਚੇਤਨ ਜੀ। जोशी जी आवाज आ रही है? है ना? हाँ जी, हुण आ रही है आवाज तुहानू? हाँ जी जोशी साहब जल्दी वाइंड अप करियो। हाँ जी, मैं जल्दी करदा। मैं देखो ਇਹਦੇ ਵਿੱਚ ਤੇ ਮੈਂ ਇੱਕ ਬਹੁਤ ਵੱਡੀ ਸਖਤ ਸ਼ਬਦਾਂ ਦੇ ਵਿੱਚ ਫਿਰ ਇੱਕ ਵਾਰੀ ਨਿੰਦਿਆ ਕਰਦਾ ਜੋ ਹੋਇਆ ਮਾੜਾ ਹੋਇਆ, ਕਿਉਂਕਿ ਉੱਥੇ ਬੀਜੇਪੀ ਦੁਆਰਾ ਬਣਾਈ ਗਈ ਸਰਕਾਰ ਆ, ਲੇਕਿਨ ਮੈਂ ਉੱਥੇ यूपी ਸਰਕਾਰ ਕਵਾਂਗਾ। ਉਹ ਉੱਥੇ ਬੀਜੇਪੀ ਦੀ ਪੁਲਿਸ ਨਹੀਂ ਹੈਗੀ, ਬੀਜੇਪੀ ਦੀ ਸਰਕਾਰ ਜ਼ਰੂਰ ਆ। ਔਰ ਸਰਕਾਰ ਇੱਕ ਵੱਖਰਾ ਕੰਮ ਕਰਦੀ ਹੈ, ਬਿਊਰੋਕ੍ਰੇਸੀ ਵੱਖਰਾ ਕੰਮ ਕਰਦੀ ਹੈ। ਸੋ ਉੱਤੋਂ ਕੋਰਟ, ਮਾਨਨੀय ਸਰਵੋੱਚ ਨਿਆਲੇ ਨੇ ਵੀ ਉਹਦੇ ਵਿੱਚ ਇੰਟਰਫੇਅਰ ਕੀਤਾ ਵਾ ਔਰ ਉਹਨਾਂ ਨੇ ਇੱਕ ਦਿਸ਼ਾ ਦਿੱਤੀ ਆ, ਇੱਕ ਨਿਰਦੇਸ਼ ਦਿੱਤੇ ਨੇ। ਇਹਨਾਂ ਸਾਰਿਆਂ ਦਾ ਸਤਿਕਾਰ ਕਰਦਿਆਂ ਹੋਇਆਂ ਜਲਦੀ ਤੋਂ ਜਲਦੀ, ਜਿੱਦਾਂ ਅੱਜ 2 ਮੁਲਜ਼ਮ ਫੜੇ ਨੇ, ਮਿਸ਼ਰਾ ਜੀ ਦੇ ਬੇਟੇ ਵੀ ਉੱਥੇ ਹਾਜ਼ਰ ਹੋਏ ਨੇ, ਔਰ ਜਿੰਨੇ ਵੀ ਅਕਿਊਜ਼ ਨੇ, ਦੇਖੋ ਅਸੀਂ ਵੀ ਡਿਮਾਂਡ ਕਰਦੇ ਹਾਂ, ਅਸੀਂ ਕਾਂਗਰਸ ਵਾਂਗੂ ਕੋਈ ਰੋਡ ਸ਼ੋਅ ਤੇ ਕਰਨਾ ਨਹੀਂ ਹੈ। ਬਹੁਤ ਸੋਹਣਾ ਇਹਨਾਂ ਨੇ ਅਰਸ਼ਪ੍ਰੀਤ ਜੀ ਗੱਲ ਕਰਦੇ ਪਏ ਸੀਗੇ, ਲੇਕਿਨ ਇਹਨਾਂ ਨੇ ਕਿੰਨੀ ਸੋਹਣੀ ਗੱਲ ਮੋਲਡ ਕਰ ਦਿੱਤੀ ਵੀ ਸਾਡਾ ਹੁਣ ਕੋਈ ਲੈਣਾ ਦੇਣਾ ਨਹੀਂ ਬਰਗਾੜੀ ਦੇ ਵਿੱਚ,
ਮਾਨਨੀय ਸੁਪਰੀਮ ਹਾਈ ਕੋਰਟ ਦਾ ਰਹਿਣਾ ਦੇਣਾ। ਇਹਨਾਂ ਨਾਲ ਗੱਲ ਤਾਂ ਕਰਨ ਦਾ ਫਾਇਦਾ ਨਹੀਂ ਹੈਗਾ ਕਿਉਂਕਿ ਇਹਨਾਂ ਨੂੰ ਜਿੰਨਾ ਕੁ ਟਾਈਮ ਦਿੱਤਾ ਉਹਨੇ ਚ ਇਹਨਾਂ ਨੇ ਆਪਣੀ ਸਮਾਰਟਲੀ ਪਰਫਾਰਮੈਂਸ ਦੇਣੀ ਹੁੰਦੀ ਆ। ਲੇਕਿਨ ਇੱਥੇ ਜਰਨਲਿਜ਼ਮ ਆ, ਇੱਥੇ ਇੱਕ ਬੜੀ ਸੀਰੀਅਸ ਟਾਕ ਚੱਲਦੀ ਪਈ ਆ। ਸੀਰੀਅਸ ਟਾਕ ਕੀ ਆ ਕਿ ਜਿਹੜੇ ਬੰਦੇ ਮਰੇ ਨੇ ਉਹਨਾਂ ਨੂੰ ਮਾਰਨ ਵਾਲੇ ਜਿਹੜੇ ਬੰਦੇ ਵੀ ਉੱਥੇ ਹੋਏ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ, ਸਖਤ ਤੋਂ ਸਖਤ ਸਜ਼ਾ ਮਿਲੇਗੀ। ਮਾਨਨੀय यूपी ਦੇ ਮੁੱਖ ਮੰਤਰੀ ਸ਼੍ਰੀ ਆਦਿੱਤਿਆ ਜੋ ਸਾਡੇ ਯੋਗੀ ਜੀ ਨੇ, ਉਹਨਾਂ ਨੇ ਇੱਕ ਸਪਸ਼ਟ ਲਫ਼ਜ਼ਾਂ 'ਚ ਕਹੀ ਹੈ ਵੀ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ। ਔਰ ਦੇਖੋ ਤੁਸੀਂ ਜਿੱਦਾਂ ਜੋ ਸਟੈਪ ਦੇ ਵਿੱਚ ਪੁਲਿਸ ਕੰਮ ਕਰਦੀ ਪਈ ਆ ਉਦਾਂ ਦੀ ਇੱਕ ਅਪਡੇਸ਼ਨ ਮਿਲਦੀ ਪਈ ਆ। ਕੱਲ ਸ਼ਾਮ ਤੱਕ ਤੇ ਰੌਲਾ ਚੱਕਿਆ ਸੀ ਦੂਸਰੀਆਂ ਪਾਰਟੀਆਂ ਨੇ ਕਿ ਉਹਨਾਂ ਦਾ ਬੇਟਾ ਭਗੌੜਾ ਹੋ ਗਿਆ, ਫਲਾਣੀ ਜਗ੍ਹਾ ਚਲ ਗਿਆ। ਅੱਜ ਟਾਈਮ ਤੇ ਹਾਜ਼ਰ ਹੋਇਆ, ਜਾਂਦੇ ਹਾਂਜੀ